ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਅੱਜ ਜਦੋਂ ਖੇਤੀ ਕਾਨੂੰਨਾਂ ਨੂੰ 1 ਸਾਲ ਹੋ ਚੁੱਕਿਆ ਸਰਕਾਰ ਵੱਲੋਂ ਜਦੋਂ ਪਾਸ ਕੀਤੇ ਗਏ ਸੀਗੇ, ਤਾਂ ਉਹ ਸਭ ਤੋਂ ਬਾਅਦ ਲਗਾਤਾਰ ਇਸ ਸਵਾਲ ਦਾ ਉੱਭਰਨਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਕਾਨੂੰਨੀ ਪੱਖ ਕਿਹੜੇ ਨੇ ਜਿਹਦੇ ਤੋਂ ਉਹਨਾਂ ਨੂੰ ਚੈਲੰਜ ਕੀਤਾ ਜਾ ਰਿਹਾ, ਸੰਵਿਧਾਨਕ ਪੱਖ ਕਿਹੜੇ ਨੇ, ਸੂਬਿਆਂ ਦੇ ਅਧਿਕਾਰ ਕਿੱਥੇ ਨੇ। ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਲਗਾਤਾਰ ਜਦੋਂ 1 ਸਾਲ ਤੋਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਉਹਦੇ ਵਿੱਚ ਸਵਾਲ ਨਵੇਂ-ਨਵੇਂ ਉੱਭਰ ਕੇ ਸਾਹਮਣੇ ਆਉਂਦੇ ਨੇ। ਜਦੋਂ ਬੀਜੇਪੀ ਦੇ ਬੁਲਾਰੇ ਜਾਂ ਬੀਜੇਪੀ ਨੂੰ ਜਿਹੜੇ ਖੇਤੀ ਕਾਨੂੰਨਾਂ ਨੂੰ ਸਪੋਰਟ ਕਰਨ ਵਾਲੇ ਲੋਕ ਨੇ, ਉਹ ਇਹ ਗੱਲ ਪੁੱਛਦੇ ਨੇ ਕਿ ਆਖਿਰਕਾਰ ਇਹਦੇ ਵਿੱਚ ਤੁਹਾਨੂੰ ਕਾਲਾ ਕੀ ਨਜ਼ਰ ਆਉਂਦਾ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੰਵਿਧਾਨਕ ਤੌਰ ਦੇ ਉੱਤੇ ਜਾਂ ਕੇਂਦਰ ਸਰਕਾਰ ਕਾਨੂੰਨ ਕਿਉਂ ਨਹੀਂ ਬਣਾ ਸਕਦੀ। ਨਵੀਆਂ ਜਿਹੜੀਆਂ ਗੱਲਾਂ, ਨਵੇਂ-ਨਵੇਂ ਸਵਾਲ ਪੈਦਾ ਕੀਤੇ ਜਾਂਦੇ ਨੇ, ਜਿਹਦੇ ਨਾਲ ਲੋਕਾਂ ਦੇ ਵਿੱਚ ਇੱਕ ਭੰਬਲ-ਭੂਸਾ ਜਿਹਾ ਕ੍ਰੀਏਟ ਹੁੰਦਾ ਕਿ ਸ਼ਾਇਦ ਕਿਸਾਨ ਗਲਤ ਨੇ ਜਾਂ ਫਿਰ ਇਹ ਕਹਿ ਲਓ ਕਿ ਸ਼ਾਇਦ ਸਰਕਾਰ ਸਹੀ ਆ। ਦੋਨੋਂ ਪਾਸੇ ਮਤਲਬ ਕਿ ਲੋਕਾਂ ਦੇ ਵਿੱਚ ਇੱਕ ਚਿੰਤਾ ਜੀ ਬਣੀ ਹੁੰਦੀ ਹੈ ਕਿ ਆਖਿਰਕਾਰ ਕੀ ਇਹਦੇ ਨਾਲ ਸੱਚਮੁੱਚ ਜਿਹੜਾ ਉਹ ਸਰਮਾਇਆ ਜਿਹੜਾ ਸਾਡਾ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਨੁਕਸਾਨ ਹੈ, ਜਾਂ ਹਰਿਆਣੇ ਵਾਲੇ ਕਹਿੰਦੇ ਸਾਨੂੰ ਨੁਕਸਾਨ ਹੈ, ਕੇਂਦਰ ਸਰਕਾਰ ਕਹਿੰਦੀ ਕਿ ਓਵਰਆਲ ਜਿਹੜੇ ਕਿਸਾਨ ਨੇ ਪੂਰੇ ਦੇਸ਼ ਦੇ ਉਹਨਾਂ ਨੂੰ ਨੁਕਸਾਨ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਹੁਣ ਤੱਕ ਇਸ ਉੱਤੇ ਚਰਚਾ ਤਾਂ ਬਹੁਤ ਹੋਈ ਹੈ, ਪਰ ਖੁੱਲ ਕੇ ਚਰਚਾ ਜਿਹੜੀ ਹੋਣੀ ਚਾਹੀਦੀ ਹੈ, ਜਿਹਦਾ ਇੱਕ ਪੱਖ ਜਿਹੜਾ ਪਤਾ ਲੱਗਣਾ ਚਾਹੀਦਾ ਹੈ ਕਿ ਆਖਿਰਕਾਰ ਸੰਵਿਧਾਨ ਦੀ ਕਿਹੜੀ ਧਾਰਾ, ਕਾਨੂੰਨ ਦੀ ਕਿਹੜੀ ਧਾਰਾ ਕਿੱਥੇ ਕਿਹਨੂੰ ਕਿੰਨਾ ਅਧਿਕਾਰ ਦਿੰਦੀ ਹੈ, ਸੂਬਿਆਂ ਨੂੰ ਤੇ ਕੇਂਦਰ ਨੂੰ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਖੇਤੀ ਕਾਨੂੰਨਾਂ ਦੇ ਕਾਨੂੰਨੀ ਪੱਖ ਦੇ ਉੱਤੇ ਜੇ ਆਪਾਂ ਜਾਈਏ, ਸਵਾਲ ਤੁਹਾਡੇ ਕੋਲ ਵੀ ਬਹੁਤ ਪਹੁੰਚਦੇ ਹੋਣੇ, ਤੁਹਾਡੇ ਤੱਕ ਵੀ ਉਹ ਚਿੰਤਾਵਾਂ ਪਹੁੰਚਦੀਆਂ ਹੋਣੀਆਂ ਜਿਨ੍ਹਾਂ ਦੇ ਜਵਾਬ ਹਾਲੇ ਲੋਕਾਂ ਤੱਕ ਨਹੀਂ ਪਹੁੰਚੇ ਹੋਣੇ। ਬਿਲਕੁਲ ਠੀਕ ਹੈ ਸੁਖਿੰਦਰ ਜੀ, ਬੜਾ ਵੱਡਾ ਭੰਬਲ ਭੂਸਾ ਪਿਆ ਹੋਇਆ ਹੈ ਔਰ ਉਹਦੇ ਵਿੱਚ ਇੱਕ ਧਿਰ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਇਹ ਬਿੱਲ ਲਿਆਂਦੇ ਨੇ। ਇਹ ਖੇਤੀ ਦੇ ਵਿੱਚ ਕਿਸਾਨ ਦਾ ਬਹੁਤ ਮਾੜਾ ਹਾਲ ਸੀ, ਉਹਦਾ ਹਾਲਤ, ਆਰਥਿਕ ਹਾਲਤ ਸੁਧਾਰਨ ਵਾਸਤੇ ਅਸੀਂ ਇਹ ਕਾਨੂੰਨ ਬਣਾਏ ਨੇ। ਦੂਜੇ ਪਾਸੇ ਕਿਸਾਨ ਕਹਿ ਰਿਹਾ ਹੈ ਵੀ ਇਹ ਸਾਡੀ ਜ਼ਮੀਨ ਤੇ ਡਾਕਾ ਹੈ, ਸਾਡੀ ਜਿਹੜੀ ਮਾੜੀ ਮੋਟੀ ਰੋਜੀ ਚੱਲਦੀ ਹੈ ਉਹ ਵੀ ਬੰਦ ਹੋ ਜਾਏਗੀ। ਉਹ ਇਹ ਕਹਿੰਦਾ ਹੈ ਵੀ ਕੱਲੀ ਸਾਡੀ ਨਹੀਂ, ਖੇਤ ਮਜ਼ਦੂਰ ਦੀ, ਵਪਾਰੀ ਦੀ, ਆੜ੍ਹਤੀਏ ਦੀ, ਪੱਲੇਦਾਰ ਦੀ, ਝੜਾਈ ਵਾਲੇ ਦੀ, ਭਰਾਈ ਵਾਲੇ ਦੀ, ਰੇਹੜੀ ਰਿਕਸ਼ੇ ਵਾਲੇ ਦੀ, ਟਰਾਂਸਪੋਰਟ ਵਾਲੇ ਦੀ, ਸਭ ਦੀ ਰੋਜੀ ਰੋਟੀ, ਖਪਤਕਾਰ ਦੀ, ਆਮ ਸ਼ਹਿਰੀ ਦੇ ਪੇਟ ਦੇ ਉੱਤੇ ਵੀ ਲੱਤ ਵੱਜੇਗੀ। ਇਹ ਦੋ ਗੱਲਾਂ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਦੋਹਾਂ ਦਾ ਭੇੜ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਚੱਲਦਾ ਹੈ। ਹੁਣ ਇਹਦੇ ਵਿੱਚ ਜਿਹੜਾ ਭੇੜ ਆ, ਇੱਕ ਤਾਂ ਹੈਗਾ ਆਪਦਾ ਤਰਕ ਹਰੇਕ ਦੇ ਰਿਹਾ, ਉਹ ਕਿੰਨਾ ਉਹਨੇ ਦੇਖਿਆ, ਕਿੰਨਾ ਨਹੀਂ ਦੇਖਿਆ, ਕਿੰਨੀ ਪੋਜੀਸ਼ਨ ਦੇਖੀ ਆ, ਉਹ ਵੱਖਰੀਆਂ ਗੱਲਾਂ ਨੇ। ਬਹੁਤ ਸਾਰੇ ਜਿਹੜੇ ਵਿਦਵਾਨ ਨੇ, ਬਹੁਤ ਸਾਰੇ ਅਰਥ ਸ਼ਾਸਤਰੀ ਨੇ, ਕਾਨੂੰਨਵਿਦ ਨੇ, ਉਹ ਵੀ ਇਹਨਾਂ ਦੇ ਉੱਤੇ ਲਿਖਦੇ ਨੇ। ਖੇਤੀਮਾਰ ਨੇ, ਉਹ ਵੀ ਲਿਖਦੇ ਨੇ ਵੀ ਕਾਨੂੰਨਾਂ 'ਚ ਕੀ ਚੰਗਾ ਹੈ, ਕੀ ਮਾੜਾ ਹੈ, ਕਿਵੇਂ ਹੈ, ਕੀ ਨਹੀਂ। ਅਤੇ ਬਹੁਤ ਸਾਰੇ ਇਹ ਵੀ ਆ, ਹੁਣ ਜਿਵੇਂ ਅੱਜ ਰੌਲਾ ਕਾਫੀ ਪਿਆ ਹੋਇਆ, ਇੱਕ ਪਾਸੇ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ, ਦੂਜੇ ਪਾਸੇ ਇਹ ਕਿਹਾ ਜਾ ਰਿਹਾ ਵੀ ਜਦ ਜਿਹੜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ, ਉਸ ਨੇ ਰਿਪੋਰਟ ਸੌਂਪੀ ਨੂੰ, ਉਹਦੇ ਕਿਸੇ ਮੈਂਬਰ ਨੇ ਬਿਆਨ ਦਿੱਤਾ ਕਿ ਰਿਪੋਰਟ ਸੌਂਪੀ ਨੂੰ ਇੰਨਾ ਦੇਰ ਹੋ ਗਿਆ, ਸੁਪਰੀਮ ਕੋਰਟ ਉਹਨੂੰ ਜੱਗਰ ਕਿਉਂ ਨਹੀਂ ਕਰਦੀ। ਇਹਨੇ ਹੋਰ ਨਵਾਂ ਭੰਬਲ ਭੂਸਾ ਪਾਤਾ। ਕਈ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਦਾ ਹੈ, ਨਾਲ ਉਹਨੇ ਕਿਹਾ ਵੀ ਕਿਸਾਨ ਵਿਚਾਰੇ ਬੈਠੇ ਨੇ ਬਾਰਡਰਾਂ 'ਤੇ ਇੰਨੀ ਦੇਰ ਤੋਂ, ਉਹ ਲੱਗਦਾ ਇਹ ਹੈ ਵੀ ਕਿਸਾਨ ਦੀ ਬੜੀ ਹਤੈਸ਼ੀ ਹੈ। ਉਹ ਅਸਲ 'ਚ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਇਹ ਜਿਹਾ ਕਹਿੰਦੇ ਨੇ ਵੀ ਭੱਜਣਾ ਤਾਂ ਸ਼ਿਕਾਰੀ ਕੁੱਤੇ ਦੇ ਨਾਲ ਰਹਿਣਾ ਅਤੇ ਦਮ ਭਰਨਾ ਸਾਹੇ ਦਾ। ਸੋ ਇਹ ਜਿਹੜਾ ਇਹ ਹਾਲਤ ਹੈ, ਅਸਲ 'ਚ ਉਹਨਾਂ ਦਾ ਤਾਂ ਪਹਿਲਾਂ ਤੋਂ ਵਿਚਾਰ ਇਹ ਹੈ ਵੀ ਕਾਨੂੰਨ ਠੀਕ ਨੇ। ਇੱਥੇ ਦੇ ਅਰਥ ਸ਼ਾਸਤਰੀ ਸਰਦਾਰ ਸਿੰਘ ਜੌਹਲ ਹਮੇਸ਼ਾ ਕਹਿੰਦੇ ਵੀ ਕਾਨੂੰਨ ਠੀਕ ਨੇ, ਇਹਨਾਂ ਤੋਂ ਬਿਨਾਂ ਸਰ ਹੀ ਨਹੀਂ ਸਕਦਾ। ਬੜੇ ਸਾਰੇ ਜਿਹੜੇ ਆਪਦੇ ਆਪ ਨੂੰ ਅਰਥ ਸ਼ਾਸਤਰੀ ਹੈਗੇ ਨੇ, ਉਹ ਪਹਿਲਾਂ ਤਾਂ ਕਹਿੰਦੇ ਸੀ ਵੀ ਨਹੀਂ MSP ਦੀ ਤਾਂ ਹੁਣ ਲੋੜ ਹੀ ਨਹੀਂ, ਹੁਣ ਕਣਕ ਨਹੀਂ ਖਰੀਦੀ ਜਾਣੀ, ਹੁਣ ਝੋਨਾ ਨਹੀਂ, ਇਹ ਸਾਰਾ ਹੀ ਗਲਤ ਹੈ ਅਤੇ ਉਹ ਨਾਲ ਕਿਸਾਨਾਂ ਦਾ ਵੀ ਦਮ ਭਰਦੇ ਨੇ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ, ਉਂਝ ਅਸੀਂ ਬਿੱਲ ਗਲਤ ਨੇ। ਸੋ ਇਸ ਤਰ੍ਹਾਂ ਦਾ ਭੰਬਲ ਭੂਸਾ ਬਹੁਤ ਹੈ। ਇਹਨੂੰ ਹੱਲ ਕਰਨ ਦਾ ਕੀ ਹੈ? ਹੱਲ ਕਰਨ ਦਾ ਇੱਕੋ ਤਰੀਕਾ ਹੈ ਵੀ ਜਿਹੜੇ ਤੱਥ ਨੇ ਉਹ ਆਪਾਂ ਦੇਖ ਲਈਏ, ਨਾ ਇਹਦੀ ਨਾ ਉਹਦੀ। ਜੇ ਆਪਾਂ ਤੱਥਾਂ ਨੂੰ ਦੇਖਾਂਗੇ ਤਾਂ ਸਾਡੇ ਸਾਹਮਣੇ ਕੀ ਆਏਗਾ। ਇੱਕ ਕਾਨੂੰਨ ਬਣਾਉਣ ਵਾਸਤੇ ਸੂਬੇ, ਚਾਹੇ ਸੂਬਾ ਦੀਆਂ ਸਰਕਾਰਾਂ, ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜੇ ਦਾ ਤਾਂ ਕੋਈ ਰਾਜ ਹੈ ਨਹੀਂ। ਇਸ ਕਰਕੇ ਹੁਣ ਸਾਡੇ ਜਿਹੜਾ ਵੀ ਕੋਈ ਨਿਯਮ ਕਾਨੂੰਨ ਬਣਨਾ ਹੈ, ਉਹ ਬਣਾਉਣਾ ਹੈ ਜਾਂ ਤਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਜਾਂ ਸਾਡੀ ਸੰਸਦ ਨੇ, ਪਾਰਲੀਮੈਂਟ ਨੇ। ਪਰ ਉਹਨੂੰ ਬਣਾਉਣ ਵਾਸਤੇ ਸਾਡਾ ਜਿਹੜੀ ਸੇਧ ਹੈ, ਜਿਹੜੀ ਸਾਡੀ ਡਾਇਰੈਕਸ਼ਨ ਹੈ, ਜਿਹੜਾ ਸਾਡੇ 'ਤੇ ਜ਼ਾਬਤਾ ਹੈ, ਉਹ ਸਾਡੇ ਹੈਗਾ ਸੰਵਿਧਾਨ ਦਾ।
ਉਹ ਸੰਵਿਧਾਨ ਦੇ ਵਿੱਚ ਲਿਖਿਆ ਵੀ ਕੌਣ ਕਿਵੇਂ ਕਾਨੂੰਨ ਬਣਾ ਸਕਦਾ ਹੈ, ਕਿਹੜਾ ਗੱਲ ਦੇ ਉੱਤੇ ਕਿਹੜਾ ਕਾਨੂੰਨ ਬਣਾ ਸਕਦਾ ਹੈ। ਪਹਿਲੀ ਗੱਲ ਤਾਂ ਕਾਨੂੰਨ ਕਿਹੜਾ ਜਾਇਜ਼ ਹੈ ਕਿਹੜਾ ਨਜਾਇਜ਼ ਹੈ, ਆਰਟੀਕਲ 245 ਹੈ, ਜਿਹਨੂੰ ਆਪਾਂ ਧਾਰਾ ਕਹਿ ਦਿੰਦੇ ਨੇ ਕਈ ਲੋਕ, ਠੀਕ ਹੈ। 245 ਦੇ ਵਿੱਚ ਆਰਟੀਕਲ 'ਚ ਲਿਖਿਆ ਹੈ ਕਿ ਜਿਹੜੇ ਕਾਨੂੰਨ ਇਸ ਸੰਵਿਧਾਨ ਦੇ ਮੁਤਾਬਕ ਬਣਾਏ ਜਾਣ ਸੰਸਦ ਵੱਲੋਂ ਜਾਂ ਕਿਸੇ ਵਿਧਾਨ ਸਭਾ ਵੱਲੋਂ, ਉਹ ਹੀ ਕਾਨੂੰਨ ਵੈਧ ਨੇ। ਸੋ ਇਹਦਾ ਮਤਲਬ ਜੇ ਸੰਵਿਧਾਨ ਤੋਂ ਬਾਹਰ, ਇਹ ਆਪਾਂ ਨੂੰ ਪਤਾ ਵੀ ਹੈ, ਜਿਹਦੇ ਕੋਲ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੀ ਉਹ ਵਰਤੋਂ ਕਰ ਸਕਦਾ ਨਾ, ਜਿਹਦੇ ਕੋਲ ਸ਼ਕਤੀਆਂ ਹੈ ਹੀ ਨਹੀਂ ਉਹ ਵਰਤੋਂ ਤਾਂ ਕਰ ਨਹੀਂ ਸਕਦਾ। ਬਿਲਕੁਲ ਵਰਤੋਂ ਆਪਾਂ ਇਹੀ, ਅਸੀਂ ਹਮੇਸ਼ਾ, ਮੈਂ ਸਰਕਾਰ 'ਚ ਰਿਹਾ, ਉੱਥੇ 2 ਸਵਾਲ ਆਉਂਦੇ ਸੀ ਕਿ ਸਾਡੇ ਕੋਲ ਵੈਲਿਡ ਅਥਾਰਟੀ ਹੈ, ਇਹ ਵੈਲਿਡ ਮੀਨਸ ਕਾਨੂੰਨੀ ਸਾਡੇ ਕੋਲ ਹੱਕ ਹੈਗਾ ਇਹ ਗੱਲ ਕਰਨ ਦਾ, ਤੇ ਦੂਜਾ ਸਾਡੇ ਕੋਲ ਇਹ ਆਉਂਦਾ ਸੀ ਵੀ ਉਹ ਕਾਨੂੰਨੀ ਹੱਕ ਸਾਨੂੰ ਕਿੱਥੋਂ ਮਿਲਿਆ। ਜਾਂ ਤਾਂ ਸਾਡੇ ਅਹੁਦੇ ਦੀ ਕੁਰਸੀ 'ਚ ਹੀ ਉਹ ਕਾਨੂੰਨੀ ਹੱਕ ਲਿਖਿਆ ਹੋਇਆ ਵੀ ਇਹ ਅਹੁਦੇ ਵਾਲੇ ਆਹ ਕੰਮ ਕਰਨਗੇ, ਜਿਵੇਂ ਮੈਂ ਡਾਕਟਰ ਹਾਂ, ਡਾਕਟਰਾਂ ਬਾਰੇ ਲਿਖਿਆ ਵੀ ਉਹ ਕਿਸੇ ਮਰੀਜ਼ ਦਾ, ਬਿਮਾਰ ਦਾ ਰਾਜੀ ਹੋਣ ਦਾ ਉਹਦੇ ਸਰਟੀਫਿਕੇਟ ਦੇ ਸਕਦੇ ਨੇ, ਉਹਦੀ ਬਿਮਾਰੀ ਦੀ ਜਾਂਚ ਕਰਕੇ ਉਹਨੂੰ ਦਵਾਈ ਲਿਖ ਸਕਦੇ ਨੇ, ਉਹਦੇ ਜਿਹੜੇ ਸਰਜਨ ਨੇ ਆਪਰੇਸ਼ਨ ਕਰ ਸਕਦੇ ਨੇ, ਉਹ ਡਾਕਟਰੀ ਵਿਗਿਆਨ ਉਸ 'ਚ ਲਿਖਿਆ ਹੋਇਆ ਹੈ। ਤਾਂ ਮੈਨੂੰ ਉੱਥੋਂ ਤਾਕਤ ਮਿਲਦੀ ਹੈ ਕਿਸੇ ਨੂੰ, ਜੇ ਮੈਂ ਸਰਟੀਫਿਕੇਟ ਜਾਰੀ ਕਰਦਾ ਵੀ ਹਾਂ ਇਹਨੂੰ ਇੰਨੇ ਦਿਨ ਦੀ ਛੁੱਟੀ ਦੇ ਦਿਓ, ਇਹ ਬਿਮਾਰ ਹੈ ਜਾ ਨਹੀਂ ਸਕਦਾ, ਤਾਂ ਮੈਨੂੰ ਕਿਤੋਂ ਤਾਕਤ ਮਿਲੀ ਆ, ਉਹ ਬਿਲਕੁਲ ਉਹ ਮਿਲੀ ਹੈ ਕਿਉਂਕਿ ਮੈਂ ਡਾਕਟਰ ਹਾਂ। ਉਹ ਦੂਜਾ ਬੰਦਾ ਨਹੀਂ ਦੇ ਸਕਦਾ, ਐਸਡੀਐਮ ਸਰਟੀਫਿਕੇਟ ਨਹੀਂ ਦੇ ਸਕਦਾ ਹੈ, ਜਾਂ ਐਸਡੀਐਮ ਨੂੰ ਵੈਸੇ ਐਗਜ਼ਾਮਟ ਕਰਦੇ ਤਾਂ ਕਰਦੇ ਵੀ ਕੋਈ ਨਹੀਂ ਇਹਨੂੰ ਨਾ ਜਾਣ ਦਿਓ, ਪਰ ਉਹ ਸਰਟੀਫਿਕੇਟ ਨਹੀਂ ਦੇ ਸਕਦਾ, ਠੀਕ ਹੈ। ਸੋ ਇੱਕ ਤਾਂ ਇਹ ਹੁੰਦਾ। ਦੂਜਾ ਅਸੀਂ ਕਹਿੰਦੇ ਹਾਂ ਵੀ ਸਾਨੂੰ ਜਿਹੜੀਆਂ ਸ਼ਕਤੀਆਂ ਮਿਲਦੀਆਂ ਨੇ, ਜਦ ਵੀ ਅਸੀਂ ਕੋਈ ਹੁਕਮ ਜਾਰੀ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਵੀ ਫਲਾਣੇ ਕਾਨੂੰਨ 'ਚ ਉਹਦੀ ਫਲਾਣੀ ਧਾਰਾ ਦੇ ਤਹਿਤ ਮੈਨੂੰ ਇਹ ਸ਼ਕਤੀਆਂ ਮਿਲੀਆਂ ਨੇ ਜਿਹੜੀਆਂ, ਉਹਨਾਂ ਦੀ ਵਰਤੋਂ ਕਰਕੇ ਮੈਂ ਇਹ ਹੁਕਮ ਕਰ ਰਿਹਾ ਜਾਂ ਇਹ ਕਾਨੂੰਨ ਬਣਾ ਰਿਹਾ ਜਾਂ ਨਿਯਮ ਬਣਾ ਰਿਹਾ। ਜੇ ਮੈਨੂੰ ਉਹ ਸ਼ਕਤੀਆਂ ਹੀ ਨਹੀਂ ਤਾਂ ਮੈਂ ਨਹੀਂ ਬਣਾ ਸਕਦਾ, ਸੋ ਮੈਨੂੰ ਦੱਸਣਾ ਪੈਂਦਾ ਹੈ। ਸੋ ਸਾਡੇ ਸੰਵਿਧਾਨ ਨੇ ਜਦ ਇਹ ਕਹਿਤਾ ਵੀ ਜਿਹੜਾ ਸੰਵਿਧਾਨ ਤੋਂ ਬਾਹਰ ਹੈ, ਇਹਦਾ ਮਤਲਬ ਜੇ ਇਹ ਕਾਨੂੰਨ ਸੰਵਿਧਾਨ ਤੋਂ ਬਾਹਰ ਹੋਣ ਫਿਰ ਇਹ ਕਾਨੂੰਨ ਨਹੀਂ ਮੰਨੇ ਜਾ ਸਕਦੇ, ਠੀਕ ਹੈ। ਇੱਕ ਤਾਂ ਸੰਵਿਧਾਨ ਨੇ ਤੈਅ ਕਰਤਾ, ਹੁਣ ਆਪਾਂ ਦੇਖਦੇ ਹਾਂ ਵੀ ਇਹ ਸੰਵਿਧਾਨ ਦੇ ਮੁਤਾਬਕ ਨੇ ਕਾਨੂੰਨ ਜਾਂ ਸੰਵਿਧਾਨ ਤੋਂ ਬਾਹਰ ਨੇ। ਸੰਵਿਧਾਨ ਦੇ ਵਿੱਚ 3 ਸੂਚੀਆਂ ਨੇ। ਇੱਕ ਸੂਚੀ ਹੈ ਜਿਹਦੇ ਉੱਤੇ ਕਾਨੂੰਨ ਕੇਵਲ ਕੇਂਦਰ ਬਣਾ ਸਕਦਾ ਹੈ, ਸੂਬਿਆਂ ਨੇ ਕੁਝ ਨਹੀਂ ਕਰਨਾ ਉਹਦੇ 'ਚ। ਜਿਵੇਂ ਰੇਲਵੇ ਹੈ, ਰੇਲਵੇ ਲਾਈਨ ਸੂਬਾ ਇਹ ਤਾਂ ਕਹਿ ਸਕਦਾ ਸਾਡੇ ਇੱਥੇ ਨਾ ਕੱਢੋ, ਪਰ ਰੇਲਵੇ ਲਾਈਨ ਦੇ ਬਾਰੇ ਕਾਨੂੰਨ ਕਿੱਥੇ ਰੁਕਣਾ ਕਿੱਥੇ ਨਹੀਂ ਰੁਕਣਾ, ਇਹ ਕਾਨੂੰਨ ਜਿਹੜਾ ਹੈ ਈਵਨ ਜੇ ਲਾਈਨ ਕੱਢਣੀ ਹੈ ਤਾਂ ਫੈਸਲਾ ਕੇਂਦਰ ਹੀ ਕਰੂਗਾ। ਸੂਬਾ ਬੇਨਤੀ ਕਰ ਸਕਦਾ ਹੈ ਕਿ ਸਾਡੇ ਲਾਈਨ ਕੱਢ ਦਿਓ ਇੱਥੇ। ਇੱਦਾਂ ਡਾਕ ਹੈ, ਇੱਦਾਂ ਕਰੰਸੀ ਹੈ, ਸੂਬਾ ਨਹੀਂ ਕਹਿ ਸਕਦਾ ਵੀ ਅਸੀਂ ਤਾਂ ਆਪਦੇ ਨੋਟ ਆਪੇ ਛਾਪਾਂਗੇ। ਜਿਵੇਂ ਸਾਡੇ ਜਿਹੜਾ ਸੀਗਾ ਨਾ, ਜਿਹੜਾ ਖਾਲਸਾ ਸਿੱਕਾ ਚੱਲਿਆ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ ਸੀ ਕਿਉਂਕਿ ਰਾਜਾ ਸੀ। ਪਰ ਹੁਣ ਆਪਾਂ ਐ ਨਹੀਂ ਵੀ ਅਸੀਂ ਪੰਜਾਬ ਦਾ ਸਿੱਕਾ ਚਲਾਤਾ, ਸਿੱਕਾ ਕੇਂਦਰ ਦਾ ਹੀ ਚੱਲੂਗਾ। ਇੱਦਾਂ ਹੀ ਜਿਹੜੇ ਵਿਦੇਸ਼ ਨੇ ਉਹਨਾਂ ਨਾਲ ਜਿਹੜੇ ਸੰਬੰਧ ਨੇ ਉਹ ਕੋਈ ਸੂਬਾ ਨਹੀਂ ਰੱਖ ਸਕਦਾ, ਉਹ ਕੇਂਦਰ ਹੀ ਤੈਅ ਕਰੇਗਾ ਕਿਹਦੇ ਨਾਲ ਸਾਡੇ ਚੰਗੇ ਰਹਿਣਗੇ ਕਿਹਦੇ ਨਾਲ ਮਾੜੇ ਰਹਿਣਗੇ, ਜਿਹੋ ਜਿਹੇ ਹੋਣਗੇ। ਇਸੇ ਤਰ੍ਹਾਂ ਹੀ ਜਿਹੜਾ ਆਪਾਂ ਕਹਿ ਲਈਏ ਵੀ ਸੁਰੱਖਿਆ, ਦੇਸ਼ ਦੀ ਸੁਰੱਖਿਆ, ਸਰਹੱਦਾਂ ਦੀ ਸੁਰੱਖਿਆ, ਅੰਦਰੂਨੀ ਬਾਹਰੀ ਸੁਰੱਖਿਆ ਦਾ ਜ਼ਿੰਮਾ ਜਿਹੜਾ ਉਹ ਕੇਂਦਰ ਦਾ ਹੈ। ਅਸੀਂ ਫੌਜੀ ਗਤੀਵਿਧੀਆਂ ਬਾਰੇ ਬਾਹਰਲੇ ਕਿਸੇ ਮੁਲਕ, ਗੁਆਂਢੀ ਮੁਲਕ ਨਾਲ ਸ਼ਾਂਤੀ ਜੰਗ ਅਸੀਂ ਮੰਗ ਤਾਂ ਕਰ ਸਕਦੇ ਹਾਂ, ਅਸੀਂ ਕਹਿ ਸਕਦੇ ਹਾਂ ਵੀ ਇਹ ਹੋਣਾ ਚਾਹੀਦਾ ਹੈ, ਪਰ ਸਾਨੂੰ ਅਧਿਕਾਰ ਕੋਈ ਨਹੀਂ ਵੀ ਜਾ ਕੇ ਅਸੀਂ ਉੱਥੇ ਜਾਂ ਤਾਂ ਜੰਗ ਛੇੜ ਦਈਏ, ਜਾਂ ਅਸੀਂ ਉੱਥੇ ਆਪਦੀ ਪੁਲਿਸ ਭੇਜ ਦਈਏ, ਜਾਂ ਅਸੀਂ ਜਾ ਕੇ ਉੱਥੇ ਘੁਸ ਕੇ ਕਹਿ ਦਈਏ ਅਸੀਂ ਆਹ ਕਰ ਦਾਂਗੇ। ਇਹ ਸੂਬਿਆਂ ਨੂੰ ਕੋਈ ਅਧਿਕਾਰ ਨਹੀਂ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ। ਸੋ ਇਹ ਸੂਚੀ ਹੈ ਜਿਹੜੀ ਇਹ ਕੇਂਦਰ ਦੀ ਹੈ, ਕੇਂਦਰ ਨੇ ਹੀ ਫੈਸਲੇ ਕਰਨੇ ਨੇ, ਕੇਂਦਰ ਨੇ ਕਾਨੂੰਨ ਬਣਾਉਣੇ ਨੇ। ਇੱਕ ਫਿਰ ਦੂਜੀ ਸੂਚੀ ਹੈ, ਉਹ ਸੂਚੀ ਹੈ ਸੂਬਿਆਂ ਦੀ, ਕਿ ਸੂਬੇ ਆਹ ਕਾਨੂੰਨ ਆਪਦੇ ਬਣਾ ਸਕਦੇ, ਜਿਵੇਂ ਮਿਊਂਸਪਲ ਕਮੇਟੀਆਂ ਬਾਰੇ, ਪੰਚਾਇਤਾਂ ਬਾਰੇ, ਜ਼ਮੀਨਾਂ ਬਾਰੇ, ਖੇਤੀ ਬਾਰੇ, ਆਹ ਰਜਿਸਟ੍ਰੇਸ਼ਨ ਵੀ, ਆਹ ਤਹਿਸੀਲਦਾਰ ਜਿਹੜੇ ਜ਼ਮੀਨਾਂ ਦੀ ਰਜਿਸਟਰੀ ਕਰਦੇ ਨੇ, ਜ਼ਮੀਨਾਂ ਦੀ ਵੇਚ ਵਟਕ ਬਾਰੇ, ਜੰਗਲਾਂ ਬਾਰੇ, ਪਾਣੀ ਬਾਰੇ, ਬਿਜਲੀ ਬਾਰੇ, ਹਾਂਜੀ, ਅਤੇ ਸਿੱਖਿਆ ਬਾਰੇ, ਸਿਹਤ ਬਾਰੇ, ਇਹ ਸੂਬੇ ਬਣਾ ਸਕਦੇ। ਉਹਨਾਂ 'ਚ ਇੱਕ ਤੀਜੀ ਸੂਚੀ ਹੈ ਜਿਹਨੂੰ ਕਹਿੰਦੇ ਸਾਂਝੀ ਸੂਚੀ, ਕਿ ਇਹਦੇ 'ਚ ਦੋਨੇ ਬਣਾ ਸਕਦੇ ਨੇ, ਕੇਂਦਰ ਵੀ ਬਣਾ ਸਕਦਾ ਹੈ, ਸੂਬਾ ਵੀ ਬਣਾ ਸਕਦਾ ਹੈ। ਪਰ ਉਹਦੇ 'ਚ ਨਾਲ ਇੱਕ ਸ਼ਰਤ ਹੈ ਵੀ ਜਿਹੜਾ ਕਾਨੂੰਨ ਕੇਂਦਰ ਨੇ ਬਣਾਤਾ ਕਿਸੇ ਵਿਸ਼ੇ ਤੇ, ਸੂਬਾ ਉਹਦੇ ਉਲਟ ਨਹੀਂ ਬਣਾ ਸਕਦਾ। ਉਹਨੂੰ ਤਕੜਾ ਕਰਨ ਵਾਸਤੇ ਤਾਂ ਜ਼ਾਬਤੇ ਹੋਰ ਤਿਆਰ ਕਰ ਸਕਦਾ ਹੈ, ਉਹਦੀ ਵਿਆਖਿਆ ਕਰ ਸਕਦਾ ਹੈ, ਪਰ ਉਹਦੇ ਉਲਟ ਨਹੀਂ ਬਣਾ ਸਕਦਾ। ਜੇ ਉਹਨੇ ਕਿਤੇ ਮਨਾ ਕਰਤੀ ਕੋਈ ਗੱਲ, ਉਹ ਨਹੀਂ ਕਰ ਸਕਦਾ। ਇਹ 3 ਸੂਚੀਆਂ ਨੇ, ਸਾਰਾ ਇਹਦੇ ਤਹਿਤ ਹੀ ਬਣਾਇਆ ਜਾਂਦਾ ਕਾਨੂੰਨ। ਹੁਣ ਕੇਂਦਰ ਨੇ ਜਿਹੜੇ ਕਾਨੂੰਨ ਬਣਾਏ, ਉਹਨਾਂ ਨੇ ਕਿਹਾ ਕਿ ਜਿਹੜੀ ਸਾਂਝੀ ਸੂਚੀ ਹੈ ਉਹਦੀ 33ਵੀਂ ਮਾਦਾ ਹੈ ਜਿਹਦੇ ਤਹਿਤ ਅਸੀਂ ਇਹ ਕਾਨੂੰਨ ਬਣਾਏ ਨੇ। ਕੇਂਦਰ ਆਪਦੇ ਗੋਲ ਸ਼ਿਫਟ ਕਰਦਾ ਰਹਿੰਦਾ, ਮੈਂ ਉਸ ਤੇ ਫਿਰ ਆਊਂਗਾ, ਉਹ ਆਪਦਾ ਕਦੇ ਕੁਛ ਕਹਿੰਦਾ ਕਦੇ ਕੁਛ ਕਹਿੰਦਾ।
ਪਹਿਲਾਂ ਪ੍ਰਚਾਰ ਇਹ ਕਰਿਆ ਸਾਰੇ ਜਗ੍ਹਾ ਤੇ ਵੀ ਉਹਦੇ ਤਹਿਤ ਬਣਾਏ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਸਤੇ ਬਣਾਏ ਨੇ। ਇਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ। ਈਵਨ ਅਕਾਲੀ ਦਲ ਕਹਿੰਦਾ ਰਿਹਾ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ। ਈਵਨ ਜਦ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਤਾਂ ਇਹ ਕਹਿ ਕੇ ਦਿੱਤਾ ਵੀ ਮੈਂ ਕਿਸਾਨਾਂ ਦੇ ਨਾਲ ਹਾਂ ਤਾਂ ਅਸਤੀਫਾ ਦੇ ਰਹੀ ਹਾਂ, ਵੈਸੇ ਕਾਨੂੰਨ ਤਾਂ ਠੀਕ ਨੇ ਜੀ। ਤੋ ਇਹ ਇੱਕ ਗੱਲ ਸਮਝਣੀ ਪਊ। ਹੁਣ ਧਾਰਾ 33 ਕੀ ਹੈ, ਉਹ ਜਿਹੜੀ 33 ਮੱਧ ਸਾਂਝੀ ਸੂਚੀ 'ਚ 33 ਮੱਧ ਕਹਿੰਦੀ ਹੈ, 33 ਮੱਧ ਖੇਤੀ ਤੇ ਕਾਨੂੰਨ ਬਣਾਉਣ ਦੀ ਗੱਲ ਹੀ ਨਹੀਂ ਕਰਦੀ। ਕੋਈ ਉੱਥੇ ਖੇਤੀ ਤੇ ਕਾਨੂੰਨ ਦੀ ਹੈ ਨਹੀਂ ਗੱਲ। ਦੂਜੀ 33 ਮੱਧ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਲਿਖਿਆ ਹੈ ਵੀ ਸੂਬਾ ਜਿਹੜਾ ਕੇਂਦਰ ਹੈ ਉਹ ਫੂਡ ਸਟੱਫ ਯਾਨੀ ਕਿ ਖਾਦ ਪਦਾਰਥ, ਭੋਜਨ ਸਮੱਗਰੀ ਤੇ ਕਾਨੂੰਨ ਬਣਾ ਸਕਦਾ। ਫੂਡ ਸਟੱਫ ਦਾ ਮਤਲਬ ਭੋਜਨ ਸਮੱਗਰੀ। ਉਹ ਅਨਾਜਾਂ ਤੇ ਕਾਨੂੰਨ ਉੱਥੇ ਲਿਖਿਆ ਹੀ ਨਹੀਂ ਵੀ ਬਣਾ ਸਕਦਾ। ਕਾਨੂੰਨ ਇਹਨਾਂ ਨੇ ਅਨਾਜਾਂ ਤੇ ਬਣਾਤਾ। ਫਿਰ ਅਨਾਜ ਨੂੰ ਵਿੱਚ ਪਾਉਣ ਵਾਸਤੇ ਵੀ ਹੁਣ 33 ਤਾਂ ਫੂਡ ਸਟੱਫ ਲਿਖਿਆ। ਫਿਰ ਆਪੀ ਇਹਨਾਂ ਨਵੇਂ ਕਾਨੂੰਨਾਂ ਦੇ ਵਿੱਚ ਇੱਕ ਪਰਿਭਾਸ਼ਾ ਦੇਤੀ ਵੀ ਫੂਡ ਸਟੱਫ ਦਾ ਮਤਲਬ ਹੋਏਗਾ ਅਨਾਜ। ਜਿੱਥੇ ਕਿਤੇ ਆਪਦੀ ਮਰਜ਼ੀ ਨਾਲ ਪਰਿਭਾਸ਼ਾ ਪਾਤੀ, ਜਦ ਕਿ ਉੱਥੇ ਤਾਂ ਲਿਖਿਆ ਕਿਹੜੇ ਕਿਹੜੇ ਨੇ, ਕਿਹੜੀ ਚੀਜ਼ ਆ। ਫੂਡ ਸਟੱਫ ਲਿਖਿਆ ਉੱਥੇ, ਫੂਡ ਗ੍ਰੇਨ ਤਾਂ ਲਿਖਿਆ ਹੀ ਨਹੀਂ। ਇੱਕ ਤਾਂ ਇਹ ਤੋਂ ਪਤਾ ਲੱਗ ਗਿਆ ਵੀ ਜਦ ਫੂਡ ਸਟੱਫ ਤੇ ਕਾਨੂੰਨ ਬਣਾ ਦਿੰਦੇ ਵੀ ਡਬਲ ਰੋਟੀਆਂ ਐਂ ਵਿਕਿਆ ਕਰਨਗੀਆਂ ਹੈਂ, ਤੇ ਜਿਹੜੇ ਹੈਗੇ ਨੇ ਬਿਸਕੁਟ ਐਂ ਵਿਕਣਗੇ, ਠੀਕ ਹੈ, ਚਾਕਲੇਟ ਐਂ ਵਿਕਣਗੇ, ਕੋਕਾ ਕੋਲਾ ਐਂ ਵਿਕੇ, ਉਹ ਤੇ ਬਣਾ ਸਕਦੇ ਸੀ। ਉਹ ਇਹ ਤੇ ਨਹੀਂ ਬਣਾ ਸਕਦੇ ਸੀ। ਠੀਕ ਹੋ ਗਿਆ। ਦੂਜੀ ਗੱਲ ਉਹਦੇ 'ਚ ਜਿੱਥੋਂ ਤੱਕ ਠੇਕਾ ਖੇਤੀ ਆ ਉਹਦੇ ਵਿੱਚ ਮਨਾ ਕਰਿਆ। ਉਸੇ ਸਾਂਝੀ ਸੂਚੀ ਦੀ 7 ਨੰਬਰ ਜਿਹੜੀ ਮੱਦ ਹੈ ਉਹਦੇ ਵਿੱਚ ਲਿਖਿਆ ਵੀ ਸਾਰੇ ਠੇਕੇ ਕੇਂਦਰ ਵੀ ਦੇ ਸਕਦਾ, ਸੂਬਾ ਵੀ ਦੇ ਸਕਦਾ, ਪਰ ਖੇਤੀ ਜ਼ਮੀਨ ਦੇ ਬਾਰੇ, ਖੇਤੀ ਬਾਰੇ ਠੇਕੇ ਇਸ ਮੱਦ ਦੇ ਤਹਿਤ ਦਿੱਤੇ ਨਹੀਂ ਜਾ ਸਕਦੇ ਸਾਂਝੀ ਸੂਚੀ 'ਚ ਕਿਸੇ ਵੱਲੋਂ। ਸੋ ਸਾਂਝੀ ਸੂਚੀ 'ਚ ਠੇਕਾ ਖੇਤੀ ਦਾ ਕਾਨੂੰਨ ਨਾ ਕੇਂਦਰ ਬਣਾ ਸਕਦਾ ਨਾ ਸੂਬਾ ਬਣਾ ਸਕਦਾ। ਉਹਦੇ 'ਚ ਚੁੱਪ ਵੀ ਨਹੀਂ, ਮਨਾ ਕਰਿਆ ਗਿਆ, ਲਿਖਿਆ ਗਿਆ ਨਾਟ ਇਨਕਲੂਡਿੰਗ ਐਗਰੀਕਲਚਰ ਕੰਟਰੈਕਟਸ। ਸੋ ਇਹਦਾ ਮਤਲਬ ਉਹਨੇ ਕਹਿਤਾ ਵੀ ਨਹੀਂ, ਬਿਲਕੁਲ ਨਹੀਂ ਕਰਨੇ, ਮਨਾ ਕਰਿਆ ਗਿਆ। ਜਿਹੜਾ ਮਨਾ ਕਰਿਆ ਗਿਆ ਫਿਰ ਤਾਂ ਪਾਵਰ ਬਿਲਕੁਲ ਹੀ ਨਾ ਹੋਈ ਨਾ, ਝਗੜਾ ਹੀ ਖਤਮ ਹੋ ਗਿਆ। ਉਹ ਤਾਂ ਮਨਾ ਹੀ ਕਰਤਾ। ਉਹ ਇਹਨਾਂ ਨੇ ਦੇਖਿਆ ਹੀ ਨਹੀਂ ਸੀ, ਇਹ ਬਾਅਦ 'ਚ ਦੇਖਿਆ। ਹੁਣ ਉਹਦੀਆਂ ਐਕਸਪਲੇਨੇਸ਼ਨਾਂ ਹੋਰ ਦਿੰਦੇ ਨੇ ਇਹ ਮੰਗ। ਇੱਕ ਇਦੋਂ ਅੱਗੇ ਤੀਜਾ ਕਾਨੂੰਨ ਹੈ। ਤੀਜਾ ਕਾਨੂੰਨ ਜਿਹੜਾ ਹੈਗਾ ਉਹ ਹੈਗਾ ਵੀ ਭੰਡਾਰਨ ਦਾ, ਵੀ ਤੁਸੀਂ ਜਿੰਨਾ ਮਰਜ਼ੀ ਭੰਡਾਰ ਕਰ ਲਓ ਅਨਾਜ ਦਾ, ਜਿੰਨਾ ਮਰਜ਼ੀ ਉਹਨੂੰ ਭਾਅ 'ਤੇ ਵੇਚ ਲਓ। ਯਾਨੀ ਕਿ ਉਹਨਾਂ ਨੇ, ਸਰਕਾਰ ਨੇ ਕਹਿਤਾ ਵੀ ਜਿੰਨਾ ਚਿਰ ਸੁੱਕੀਆਂ ਵਸਤਾਂ ਦਾ ਭਾਅ 1.5 ਗੁਣਾ ਨਹੀਂ ਹੁੰਦਾ ਤੇ ਗਿੱਲੀਆਂ ਵਸਤਾਂ ਦਾ ਭਾਅ ਦੁੱਗਣਾ ਨਹੀਂ ਹੁੰਦਾ, ਉਹਨਾਂ ਚਿਰ ਸਰਕਾਰ ਦਖਲਅੰਦਾਜ਼ੀ ਨਹੀਂ ਕਰੇਗੀ। ਜਾਂ ਫਿਰ ਦਖਲਅੰਦਾਜ਼ੀ ਕਰੇਗੀ, ਕੋਈ ਮਹਾਮਾਰੀ ਫੈਲ ਗਈ, ਕੋਈ ਹਮਲਾ ਹੋ ਗਿਆ, ਲੜਾਈ ਹੋ ਗਈ, ਕੋਈ ਬੜੀ ਵੱਡੀ ਵਿੱਜ ਪੈ ਗਈ ਦੇਸ਼ 'ਤੇ, ਨਹੀਂ ਤਾਂ ਸਰਕਾਰ ਦਖਲਅੰਦਾਜ਼ੀ ਨਹੀਂ ਕਰੇਗੀ। ਹੁਣ ਜਿਹੜੇ ਕਾਨੂੰਨ 'ਚ ਅਮੈਂਡਮੈਂਟ ਕਰੀ ਹੈ, ਉਹ ਕਾਨੂੰਨ ਦਾ ਜਿਹੜਾ ਅਸਲੀ ਮੁੱਦਾ ਹੈ ਉਹ ਧਾਰਾ 369 ਦੇ ਵਿੱਚ ਹੈ। ਸੰਵਿਧਾਨ ਦੇ ਵਿੱਚ ਧਾਰਾ 369 ਸਪੈਸ਼ਲੀ ਪਾਈ ਗਈ। ਦੇਸ਼ ਦੀ ਵੰਡ ਵੇਲੇ ਬਹੁਤ ਸਾਰੀ ਮਾਰਕਾਟ ਹੋਈ, ਬਹੁਤ ਸਾਰੇ ਲੋਕ ਉਜੜੇ, ਘਰੋਂ ਬੇਘਰ ਹੋਏ। ਉਹਨਾਂ ਨੂੰ ਵਸਾਉਣਾ ਸੀ, ਉਹਨਾਂ ਨੂੰ ਰੋਟੀ ਦੇਣੀ ਸੀ। ਤਾਂ ਦੇਸ਼ ਦੀ ਸੰਵਿਧਾਨ ਘੜਨੀ ਸਭਾ ਨੇ 10 ਅਕਤੂਬਰ 1949 ਨੂੰ ਇਹ 'ਤੇ ਬਹਿਸਾਂ ਹੋਈਆਂ ਨੇ ਕਿ ਦੇਖੋ ਜੀ ਇਹ ਮਾਰਕਾਟ ਹੋ ਗਈ ਆ, ਹੁਣ ਆਪਾਂ 5 ਸਾਲ ਵਾਸਤੇ ਸੂਬਿਆਂ ਤੋਂ ਨਹੀਂ ਇਹ ਰੋਟ ਆਉਣਾ, ਕੇਂਦਰ ਨੂੰ ਕਹੀਏ ਕਿ ਲੋਕਾਂ ਨੂੰ ਚੀਜ਼ਾਂ ਮਿਲਦੀਆਂ ਰਹਿਣ, ਭਾਅ ਅਸਮਾਨੀ ਨਾ ਚੜ੍ਹ ਜਾਣ, ਕੋਈ ਕਾਲਾ ਬਾਜ਼ਾਰੀ ਨਾ ਹੋਣੀ ਸ਼ੁਰੂ ਹੋ ਜੇ, ਕੋਈ ਜ਼ਖੀਰੇਬਾਜ਼ੀ ਨਾ ਕਰ ਲਏ, ਤੇ ਹਰੇਕ ਨੂੰ ਚੀਜ਼ ਮਿਲੇ ਹਰ ਥਾਂ ਤੇ, ਇੱਕ ਸੂਬਾ ਨਾ ਰੱਖ ਲਏ। ਇਸ ਵਾਸਤੇ ਕੇਂਦਰ ਨੂੰ ਇਹ ਅਖਤਾਰ ਦੇ ਦਿਓ ਕਿ ਉਹ ਇਹ ਸਾਰੀਆਂ ਗੱਲਾਂ ਯਕੀਨੀ ਬਣਾਵੇ। ਯਾਨੀ ਕਿ ਕਾਹਦੇ ਵਾਸਤੇ ਉਹਨੂੰ ਪਾਵਰ ਦਿੱਤੀ ਗਈ 369 'ਚ, ਉਹ ਵੀ 5 ਸਾਲ ਵਾਸਤੇ। ਵੀ ਹੈ ਚਾਹੇ ਸੂਬਿਆਂ ਦਾ ਅਧਿਕਾਰ, ਪਰ ਸੰਵਿਧਾਨ ਘੜਨੀ ਸਭਾ ਨੇ 5 ਸਾਲ ਵਾਸਤੇ ਇਹਨਾਂ ਨੂੰ ਅਖਤਿਆਰ ਦਿੱਤਾ ਕਿ ਤੁਸੀਂ ਜ਼ਖੀਰੇਬਾਜ਼ੀ ਨੂੰ ਰੋਕਣ ਵਾਸਤੇ, ਕਾਲਾ ਬਾਜ਼ਾਰੀ ਨੂੰ ਰੋਕਣ ਵਾਸਤੇ, ਭਾਅ ਚੜ੍ਹਨ ਨੂੰ ਰੋਕਣ ਵਾਸਤੇ, ਹਰ ਇੱਕ ਬੰਦੇ ਨੂੰ ਚੀਜ਼ਾਂ ਹਰ ਥਾਂ ਤੇ ਉਪਲਬਧ ਹੋ ਸਕਣ, ਥੁੜ ਨਾ ਪੈਦਾ ਹੋਵੇ, ਥੁੜ ਨੂੰ ਰੋਕਣ ਵਾਸਤੇ ਤੁਹਾਨੂੰ ਅਖਤਿਆਰ ਦਿੱਤਾ। ਹੁਣ ਇਹ ਅਖਤਿਆਰ ਜ਼ਖੀਰੇਬਾਜ਼ੀ ਕਰਨ ਵਾਸਤੇ ਦਿੱਤਾ ਹੀ ਨਹੀਂ, ਭਾਅ ਜਿੰਨਾ ਮਰਜ਼ੀ ਕਰਨ ਵਾਸਤੇ ਅਖਤਿਆਰ ਦਿੱਤਾ ਹੀ ਨਹੀਂ। ਸੋ ਇਹਦਾ ਮਤਲਬ ਜਿਹੜੀ ਸਾਡੀ ਸੰਸਦ ਨੇ ਕਾਨੂੰਨ ਬਣਾਇਆ ਉਹਨੂੰ ਇਹ ਅਖਤਿਆਰ ਹੀ ਨਹੀਂ ਦਿੱਤਾ ਸੀ। ਸੰਵਿਧਾਨ ਘੜਨੀ ਸਭਾ ਨੇ 5 ਸਾਲ ਵਾਸਤੇ, ਫਿਰ 5 ਸਾਲ ਤੋਂ ਬਾਅਦ 5 ਸਾਲ 'ਚ ਵੋਟ ਨਾ ਆਇਆ ਤਾਂ ਇਹਨਾਂ ਨੇ ਇੱਕ ਐਕਟ ਬਣਾਤਾ। ਉਹ ਐਕਟ ਜਿਹੜਾ ਹੈਗਾ ਅਸੈਂਸ਼ੀਅਲ ਗੁਡਸ ਐਕਟ ਹੈ। ਉਹ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ ਉਹਦੇ ਵਿੱਚ ਵੀ ਇਹੀ ਹੈ ਵੀ ਅਸੀਂ ਇਹਨਾਂ ਨੂੰ ਰੋਕਣਾ ਹੈ, ਅਜੇ ਰੋਕਣ ਦੀ ਲੋੜ ਹੈ। ਹੁਣ ਜੇ ਇਹਨਾਂ ਨੂੰ ਭਾਅ ਚੜ੍ਹਦੇ ਰੋਕਣ ਵਾਸਤੇ ਬਣਾਇਆ ਸੀ, ਜ਼ਖੀਰੇਬਾਜ਼ੀ ਰੋਕਣ ਵਾਸਤੇ ਬਣਾਇਆ ਸੀ, ਤੇ ਕਾਲਾ ਬਾਜ਼ਾਰੀ ਰੋਕਣ ਵਾਸਤੇ ਬਣਾਇਆ ਸੀ, ਇਹ ਉਲਟਾ ਕਿਵੇਂ ਕਰ ਸਕਦੇ ਨੇ?
ਆਪਾਂ ਸਮਝੀਏ, ਇੱਕ ਬੰਦੇ ਨੂੰ ਆਪਾਂ ਕਹਿੰਦੇ ਆ ਵੀ ਇਹਨੂੰ ਖਿਲਾਉਣੀ ਤਾਂ ਰੋਟੀ ਆ, ਉਹ ਕਹਿੰਦਾ ਨਹੀਂ ਰੋਟੀ ਨਹੀਂ, ਮੈਂ ਖਿਲਾਉਣਾ ਹੀ ਹੈ। ਖਿਲਾਉਣ ਨੂੰ ਲਫ਼ਜ਼ ਨੂੰ ਕੱਢ ਲਿਆ ਵਿੱਚੋਂ, ਕਹਿੰਦਾ ਮੈਂ ਤਾਂ ਜ਼ਹਿਰ ਖਿਲਾਉਂ। ਗੱਲ ਸਮਝ ਗਏ ਤੁਸੀਂ? ਸੋ ਇਸ ਕਰਕੇ ਨਾ ਤਾਂ ਇਹਨਾਂ ਨੂੰ ਜ਼ਰੂਰੀ ਵਸਤਾਂ ਦੇ ਕਾਨੂੰਨ 'ਚ ਇਹ ਬਦਲਾਅ ਕਰਨ ਦਾ ਕੋਈ ਅਧਿਕਾਰ ਸੀਗਾ। ਸੰਵਿਧਾਨ ਘੜਨੀ ਸਭਾ ਨੇ ਰੋਕਿਆ ਹੋਇਆ ਇਹਨਾਂ ਨੂੰ, ਦੱਸਿਆ ਵੀ ਤੁਸੀਂ ਇਹਨਾਂ ਗੱਲਾਂ ਤੇ ਕਰਨਾ, ਆਹ ਤਾਂ ਗੱਲ ਉਹ ਕਰ ਹੀ ਨਹੀਂ ਸਕਦੀ ਜਿਹੜੀ ਕਰਤੀ। ਇਹ ਤਾਂ ਸੰਵਿਧਾਨ ਘੜਨੀ ਸਭਾ, ਐਡੀ ਵੱਡੀ ਸਭਾ, ਆਜ਼ਾਦੀ ਦੀ ਲੜਾਈ ਦੇ ਵਿੱਚ, ਆਜ਼ਾਦੀ ਦੇ ਗੁਰਾਟੀਏ ਉਹਦੇ ਵਿੱਚ ਸ਼ਾਮਲ, ਡਾਕਟਰ ਅੰਬੇਦਕਰ ਜੀ ਨੇ ਉਹ ਉੱਥੇ, ਬਲਕਿ ਇੱਕ ਬਹਿਸ ਹੋ ਰਹੀ ਸੀ 10 ਅਕਤੂਬਰ ਨੂੰ ਜਿਹੜੀ, ਉਹਦੇ 'ਚ ਆ ਗਿਆ ਕਿਸੇ ਉੱਥੇ ਪਾਇਆ ਹੋਇਆ ਵੀ ਜਿਹੜਾ ਕੋਲ ਲਿਖਿਆ ਸੀ, ਤਾਂ ਕਿਸੇ ਨੇ ਕਿਹਾ ਵੀ ਨਹੀਂ ਇਹਦੇ 'ਚ ਲੱਕੜੀ ਵੀ ਲਿਖੋ, ਲੱਕੜੀ ਦਾ ਕੋਲਾ ਵੀ ਲਿਖੋ, ਕਿਉਂਕਿ ਕੋਲ ਦਾ ਮਤਲਬ ਪੱਥਰ ਦਾ ਕੋਲਾ ਹੈ। ਆਪਾਂ ਆਮ ਬਚਪਨ ਤੁਸੀਂ ਸ਼ਾਇਦ ਸੁਣਿਆ ਹੋਵੇ, ਅਸੀਂ ਜ਼ਰੂਰ ਸੁਣਦੇ ਸੀ ਵੀ ਜੇ ਪੱਥਰ ਦਾ ਕੋਲਾ ਹੈ, ਲੱਕੜੀ ਦਾ ਕੋਲਾ। ਹੁਣ ਤਾਂ ਕਿਉਂਕਿ ਲੱਕੜੀ ਦਾ ਕੋਲਾ ਬਹੁਤਾ ਸਾਹਮਣੇ ਉਸ ਤਰੀਕੇ ਨਾਲ ਆ ਨਹੀਂ ਰਿਹਾ, ਇਸ ਕਰਕੇ ਨਵੀਂ ਜਨਰੇਸ਼ਨ ਨੂੰ ਉਹਦਾ ਸ਼ਾਇਦ ਪਤਾ ਵੀ ਨਹੀਂ ਉਹਨਾਂ। ਅੱਗੇ ਪੱਥਰ ਦਾ ਕੋਲਾ ਤੇ ਲੱਕੜੀ ਦਾ ਕੋਲਾ ਦੋਨੇ ਵੱਖਰੇ ਵੱਖਰੇ ਪਤਾ ਸੀ ਲੋਕਾਂ ਨੂੰ। ਸੋ ਵੀ ਇਹ ਵੀ ਵਿੱਚ ਪਾਓ। ਕਿਸੇ ਨੇ ਕਿਹਾ ਵਿੱਚੋਂ ਵੀ ਨਹੀਂ ਕੋਲੇ ਦਾ ਮਤਲਬ ਹੀ, ਉਹ ਕਹਿੰਦੇ ਕੋਲੇ ਦਾ ਮਤਲਬ ਹਰੇਕ ਅਦਾਲਤ ਨੇ ਇਹ ਕੱਢਣਾ ਵੀ ਕੋਲਾ ਤਾਂ ਪੱਥਰ ਦਾ ਕੋਲਾ ਹੈ। ਲੱਕੜੀ ਲੋਕਾਂ ਨੂੰ ਮਿਲਣੀ ਨਹੀਂ, ਲੋਕ ਤਾਂ ਲੱਕੜੀ ਨਾਲ ਰੋਟੀਆਂ ਪਕਾਉਂਦੇ ਨੇ, ਅੰਗੀਠੀਆਂ ਬਾਲਦੇ ਨੇ ਕੋਲੇ ਨਾਲ। ਸੋ ਐਡੀ ਗੱਲ ਜੇ ਉਹਨਾਂ ਨੇ ਬਹਿਸ ਕਰੀਏ ਤਾਂ ਕਿਸੇ ਕਾਰਨ ਕਰਕੇ ਕਰੀਏ ਨਾ, ਐਡੀ ਵੱਡੀ ਸਾਡੀ ਸੰਵਿਧਾਨ ਘੜਨੀ ਸਭਾ ਨੇ। ਸੋ ਇਸ ਕਰਕੇ ਇਹਨਾਂ ਨੂੰ ਇਹ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਹੈ ਨਹੀਂ ਇਹਨਾਂ ਦੇ ਅੰਦਰ। ਹੁਣ ਇਹਨਾਂ ਨੇ ਕੀ ਕਰਿਆ, ਹੁਣ ਇਹਨਾਂ ਨੇ ਆਪਦਾ, ਜਿਵੇਂ ਆਪਾਂ ਕਹਿੰਦੇ ਵੀ ਚੰਗਾ ਫਿਰ ਇੱਥੇ ਨਹੀਂ ਰੋਂਡੀ ਪਾ ਕੇ ਅੱਗੇ ਆਉਣ ਲੱਗੇ। ਹੁਣ ਇਹਨਾਂ ਦੇ ਬੁਲਾਰੇ, ਪਰਸੋਂ ਚੌਥੀ ਮੈਂ ਸੁਣ ਰਿਹਾ ਸੀ ਕਿਸੇ ਨੂੰ, ਉਹ ਕਹਿੰਦੇ ਨੇ ਕਿ ਜੀ ਸੰਵਿਧਾਨ ਦੇ ਵਿੱਚ ਧਾਰਾ 249, 50, 51 ਇਹ ਅਧਿਕਾਰ ਦਿੰਦੀ ਹੈ ਕਿ ਸੂਬੇ ਦੇ ਕਿਸੇ ਵੀ ਮਾਮਲੇ 'ਤੇ ਕੇਂਦਰ ਕਾਨੂੰਨ ਬਣਾ ਸਕਦਾ ਹੈ, ਔਰ ਜੇ ਉਹਦੇ 'ਤੇ ਝਗੜਾ ਹੋਵੇ ਤਾਂ ਸੁਪਰੀਮ ਕੋਰਟ 'ਚ ਜਾਇਆ ਜਾ ਸਕਦਾ ਹੈ। ਇਹ ਕਹਿੰਦੇ ਨੇ। ਉਹ ਮੈਂ ਫਿਰ ਉਹ ਧਾਰਾ ਦੁਬਾਰਾ ਪੜ੍ਹੀਆਂ, ਹਾਲਾਂਕਿ ਮੈਨੂੰ ਸੀਗਾ ਵੀ ਇਹ ਨਹੀਂ ਬਣ ਸਕਦਾ। ਉਹਦੇ 'ਚ ਲਿਖਿਆ ਵੀ ਜੇ ਸੂਬੇ ਮੰਗ ਕਰਨ, ਸੂਬਿਆਂ ਦੀਆਂ 2/3 ਬਹੁਮਤ ਨਾਲ ਸੂਬੇ ਪਾਸ ਕਰਨ, ਕੌਂਸਲ ਵੀ ਸਾਰੀਆਂ ਸਟੇਟਾਂ 2/3 ਬਹੁਮਤ ਨਾਲ ਪਾਸ ਕਰਨ, ਤਾਂ ਕੇਂਦਰ ਬਣਾ ਸਕਦਾ ਕਾਨੂੰਨ ਉਸ ਮਾਮਲੇ 'ਤੇ ਜਿਹੜੇ ਮਾਮਲੇ 'ਤੇ ਸੂਬੇ ਦਾ ਅਧਿਕਾਰ ਹੋਵੇ। ਸੂਬੇ ਕਹਿਣ ਜੀ ਤੁਸੀਂ ਬਣਾ ਦਿਓ, ਸਾਰਿਆਂ ਵਾਸਤੇ ਸਾਰਜਾ ਹੋ ਜੇ, ਕੁਝ ਵੀ ਹੋਵੇ। ਦੂਜਾ ਕਾਨੂੰਨ ਕੇਂਦਰ ਤਾਂ ਬਣਾ ਸਕਦਾ ਹੈ ਜੇ ਕੋਈ ਐਮਰਜੈਂਸੀ ਲੱਗੀ ਹੋਵੇ। ਹੁਣ ਇਹਨਾਂ ਦੋਹਾਂ 'ਚ ਆਪਾਂ ਜੇ ਦੇਖੀਏ, ਇੱਥੇ ਨਾ ਤਾਂ ਕੋਈ ਐਮਰਜੈਂਸੀ ਲੱਗੀ ਹੈ ਦੇਸ਼ 'ਚ, ਤੇ ਨਾ ਹੀ ਸੂਬਿਆਂ ਨੇ ਇਹਨਾਂ ਨੂੰ ਬੇਨਤੀ ਕਰੀ ਹੈ ਵੀ ਸਾਡੇ ਬਣਾ ਦਿਓ। ਇਹਦਾ ਮਤਲਬ 249, 250 'ਚ ਇਹਨਾਂ ਨੂੰ ਇਹ ਪਾਵਰ ਹੈ ਹੀ ਨਹੀਂ, ਕਿਉਂਕਿ ਸੰਵਿਧਾਨ ਦੇ ਮੁਤਾਬਕ ਨਹੀਂ। ਪਾਵਰ ਤਾਂ ਸੰਵਿਧਾਨ 'ਚੋਂ ਮਿਲਦੀ ਹੈ ਨਾ। ਸੰਵਿਧਾਨ ਨੇ ਕਿਹਾ ਵੀ ਆਹ 2 ਸ਼ਰਤਾਂ 'ਚ ਬਣਾ ਸਕਦੇ ਹੋ, ਇਹ ਦੋਨੇ ਸ਼ਰਤਾਂ ਪੂਰੀਆਂ ਨਹੀਂ ਹੋ ਰਹੀਆਂ। 245 ਕਹਿੰਦਾ ਵੀ ਜਿਹੜਾ ਕਾਨੂੰਨ ਸੰਵਿਧਾਨ ਦੇ ਮੁਤਾਬਕ ਨਹੀਂ ਉਹ ਮੰਨਿਆ ਨਹੀਂ ਜਾ ਸਕਦਾ। ਕਾਨੂੰਨ ਉਹੀ ਹੈ ਜਿਹੜਾ ਸੰਵਿਧਾਨ ਦੇ ਮੁਤਾਬਕ ਹੋਵੇ। ਸੋ ਇਹਦਾ ਮਤਲਬ ਇਹ ਸੰਵਿਧਾਨ ਦੇ ਮੁਤਾਬਕ ਹੈ ਨਹੀਂ ਗੇ। ਫਿਰ ਜਿਹੜੀ ਅਗਲੀ ਧਾਰਾ ਹੈ ਉਹਦੇ 'ਚ ਇਹ ਹੈ ਕਿ ਜੇ 2 ਸਟੇਟਾਂ ਦਾ ਝਗੜਾ ਹੋਵੇ, ਉਹ ਦੋਨੇ ਲਿਖ ਕੇ ਦੇਣ ਉਹੀ 2/3 ਮਤ ਨਾਲ ਵੀ ਸਾਡਾ ਜੀ ਤੁਸੀਂ ਬਣਾ ਦਿਓ ਇਸ ਮਾਮਲੇ 'ਤੇ, ਸਾਡੇ 'ਤੇ, ਉੱਥੇ ਬਣਾ ਸਕਦੇ ਨੇ। ਇੱਥੇ 2 ਸਟੇਟਾਂ ਵਾਲਾ ਮਾਮਲਾ ਹੀ ਕੋਈ ਨਹੀਂ ਹੈ। ਇਹ ਕੋਈ ਇਹ ਥੋੜ੍ਹਾ ਵੀ ਹਰਿਆਣੇ ਪੰਜਾਬ ਦੇ ਪਾਣੀ ਦਾ ਝਗੜਾ, ਠੀਕ ਹੋ ਗਿਆ। ਸੋ ਇਸ ਕਰਕੇ ਇਹ ਜਿਹੜਾ ਕਾਨੂੰਨ ਬਣਾਇਆ ਸੁਪਰੀਮ ਕੋਰਟ ਦਾ, ਤਾਂ ਜਾਈਏ ਜੇ ਕਾਨੂੰਨ ਵੈਧ ਜਾਂ ਨਾ ਵੈਧ ਦਾ ਸਵਾਲ, ਜੇ ਕਾਨੂੰਨ ਬਣਾਇਆ ਹੋਵੇ ਉਹ 'ਚ ਕੋਈ ਗਲਤੀ ਨਾ ਗਲਤੀ ਦਾ ਸਵਾਲ ਹੋਵੇ ਤਾਂ ਕਾਨੂੰਨ ਹੀ ਠੀਕ ਨਹੀਂ ਹੈ। ਫਿਰ ਤਾਂ ਹਰੇਕ ਹੀ ਜਿਹੜਾ ਮਰਜ਼ੀ, ਫਿਰ ਤਾਂ ਇਹੀ ਗੱਲ ਹੈ ਵੀ ਜਿਹੜਾ ਤਕੜਾ ਹੈ ਉਹ ਧੱਕੇ ਨਾਲ ਲੋਕਾਂ ਦੀ ਜਾਇਦਾਦ ਦੱਬੀ ਜਾਵੇ ਤੇ ਉਹਨੂੰ ਕਹੇ ਜਾ ਭਾਜਾ ਤੂੰ ਆਪਣਾ ਅਦਾਲਤ 'ਚ ਚਲੇ ਜਾ। ਰੋਜ਼ ਹੀ ਅਦਾਲਤ 'ਚ ਜਿਹਦੀ ਆਪਦੀ ਜਾਇਦਾਦ ਹੈ, ਜਿਹਦਾ ਆਪਦਾ ਘਰ ਹੈ, ਉਹਨੂੰ ਕਹਿੰਦਾ ਜਾ ਅਦਾਲਤ 'ਚ ਚਲੇ ਜਾ। ਸੋ ਇਸ ਕਰਕੇ ਸਪਸ਼ਟ ਹੈ, ਜਦੋਂ ਪਾਵਰ ਨਾ ਤਾਂ ਸੂਬਿਆਂ ਨੇ ਦਿੱਤੀ ਤੇ ਨਾ ਹੀ ਕਾਨੂੰਨ ਪਾਵਰ ਦੇ ਰਿਹਾ, ਸੰਵਿਧਾਨ ਪਾਵਰ ਨਹੀਂ ਦਿੰਦਾ, ਫਿਰ ਕੇਂਦਰ ਸਰਕਾਰ ਕਿਹੜੀ ਪਾਵਰ ਦੇ ਨਾਲ ਕੰਮ ਕਰ ਰਹੀ ਹੈ? ਦੂਜਾ ਇਹ ਕਿ ਸੁਪਰੀਮ ਕੋਰਟ ਦੇ ਸਾਹਮਣੇ ਸਾਰਾ ਕੁਝ ਹੈ ਕਿ ਕਾਨੂੰਨੀ ਪੱਖ ਦਾ ਕੀ ਕਹਿੰਦਾ, ਸੰਵਿਧਾਨਕ ਪੱਖ, ਉਹ ਸਾਰਾ ਕੁਝ ਉਹਨਾਂ ਨੂੰ ਪਤਾ ਹੈ। ਫਿਰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੋਈ ਇਹੋ ਜਿਹਾ ਫੈਸਲਾ ਜਾਂ ਕੋਈ ਇਹੋ ਜਿਹਾ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ? ਕਿਉਂ ਨਹੀਂ ਕੇਂਦਰ ਸਰਕਾਰ ਨੂੰ ਕਟਹਿਰੇ 'ਚ ਲਿਆ ਕੇ ਖੜਾ ਕੀਤਾ ਜਾ ਰਿਹਾ? ਭਾਵੇਂ ਉਹ ਇੱਕ ਸ਼ਾਇਦ ਇਹਨਾਂ ਨੇ ਕਮੇਟੀ ਜਿਹੜੀ ਬਣਾਈ ਸੀ ਉਹਦੀ ਰਿਪੋਰਟ ਹਾਲੇ ਤੱਕ ਵੀ ਜਨਤਕ ਨਹੀਂ, ਉਹਨਾਂ ਦੇ ਇੱਕ ਮੈਂਬਰ ਨੇ ਕਿਹਾ ਸੀ ਕਿ ਉਹ ਜਨਤਕ ਕਰੋ, ਉਹ ਵੱਖਰਾ ਮੈਟਰ ਹੈ। ਪਰ ਸੁਪਰੀਮ ਕੋਰਟ ਕਿਉਂ ਨਹੀਂ ਇਹ ਤੇ ਨੋਟਿਸ ਲੈ ਰਿਹਾ? ਕਿਸਾਨ ਜਿਹੜੇ ਨੇ ਲਗਾਤਾਰ ਉਹਨਾਂ ਦੀ ਡੈਥਸ ਜਿਹੜੀਆਂ ਹੁੰਦੀਆਂ ਜਾ ਰਹੀਆਂ ਬਾਰਡਰਾਂ ਦੇ ਉੱਤੇ, ਜੋ ਕੁਝ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਲਗਾਤਾਰ ਉਹੀ ਗੱਲ ਦੁਹਰਾ ਰਹੀ ਹੈ ਕਿ ਰੱਦ ਨਹੀਂ ਹੋਣੇ, ਪਾਵਰ ਵੀ ਨਹੀਂ ਇਹਨਾਂ ਕੋਲੇ, ਫਿਰ ਵੀ ਸੁਪਰੀਮ ਕੋਰਟ। ਦੇਖੋ ਗੱਲ ਤੁਹਾਡੀ ਠੀਕ ਹੈ, ਦੇਖਣ ਨੂੰ ਇਹ ਪਹਿਲੇ ਹਿੱਲੇ ਜੇ ਦੇਖੀਏ ਤਾਂ ਸਾਨੂੰ ਲੱਗਦਾ ਵੀ ਹਾਂ ਯਾਰ ਸੁਪਰੀਮ ਕੋਰਟ 'ਚ ਇਹ ਬੀਜੇਪੀ ਵੀ ਇਹੀ ਕਹਿੰਦੀ ਹੈ, ਕੇਂਦਰ ਵੀ ਇਹੀ ਕਹਿੰਦਾ, RSS ਵੀ ਇਹੀ ਕਹਿੰਦਾ ਵੀ ਫਿਰ ਸੰਵਿਧਾਨ ਉੱਥੇ ਚਲੇ ਜਾਓ ਸੁਪਰੀਮ ਕੋਰਟ 'ਚ ਪਹਿਲਾਂ ਤਾਂ। ਹਾਲਾਂਕਿ ਇਹਨਾਂ ਨੇ ਆਪ ਹੀ ਸੁਪਰੀਮ ਕੋਰਟ 'ਚ ਪਵਾਇਆ ਹੋਇਆ। ਮੈਂ ਸਰਕਾਰ 'ਚ ਰਿਹਾ, ਮੈਨੂੰ ਪਤਾ ਹੈ ਵੀ ਜਦ ਕਿਸੇ ਨੇ ਕੋਈ ਕਾਨੂੰਨ ਬਣਾਤਾ ਉਹਨੂੰ ਵੈਧ ਰੱਖਣਾ ਹੋਵੇ ਤਾਂ ਇੱਕ ਟੁੱਟੀ ਜਿਹੀ ਅਰਜੀ ਪਵਾ ਦਿੰਦੇ ਨੇ ਅਦਾਲਤ 'ਚ,
ਉਹਨੂੰ ਉੱਥੇ ਉਹਦੇ ਹੱਕ 'ਚ ਬੋਲਦੇ ਨਹੀਂ ਹੈਗੇ ਤੇ ਉਹ ਰੱਦ ਹੋ ਜਾਂਦੀ ਹੈ, ਡਿਸਮਿਸ ਹੋ ਜਾਂਦੀ ਹੈ। ਤੇ ਇਹਦਾ ਮਤਲਬ ਕਾਨੂੰਨ ਅਦਾਲਤ ਨੇ ਵੀ ਵੈਧ ਠਹਿਰਾਤਾ। ਇਹਨਾਂ ਦੇ ਜਿਹੜੀਆਂ ਜਥੇਬੰਦੀਆਂ ਬੀਜੇਪੀ ਨਾਲ ਰਲੀਆਂ ਹੋਈਆਂ ਨੇ, ਜਿਨ੍ਹਾਂ ਨੇ 26 ਤਰੀਕ ਤੋਂ ਬਾਅਦ ਕਹਿਤਾ ਵੀ ਅਸੀਂ ਤਾਂ ਛੱਡਿਆ, ਹੁਣ ਇਹਨਾਂ ਨੇ ਤਾਂ ਉਹ ਹੋ ਗਿਆ, ਮਨੀ ਆ ਕੌਣ ਹੈ, ਤੇ ਉਹਨਾਂ ਨੇ ਉਹ ਕੇਸ ਪਾਇਆ ਹੋਇਆ। ਸੋ ਬੀਜੇਪੀ ਦੀਆਂ ਜਥੇਬੰਦੀਆਂ ਨੇ ਪਹਿਲੀ ਗੱਲ ਕੇਸ ਪਾਇਆ। ਦੂਜਾ ਸਵਾਲ ਤੁਹਾਡਾ ਜਿਹੜਾ ਹੈਗਾ ਹੈ, ਉਹ ਕਿਸਾਨ ਜਥੇਬੰਦੀਆਂ ਕਹਿਤਾ ਵੀ ਅਸੀਂ ਸੁਪਰੀਮ ਕੋਰਟ 'ਚ ਨਹੀਂ ਜਾਣਾ, ਇਹ ਸੁਪਰੀਮ ਕੋਰਟ ਦਾ ਮਾਮਲਾ ਨਹੀਂ ਹੈ। ਹੁਣ ਮਾਮਲਾ ਕਿੱਥੇ ਹੈ, ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਮਾਮਲਾ ਇਹ ਹੈ ਕਿ ਜਿਹੜਾ ਕੰਮ ਜਿਹਨੇ ਕਾਨੂੰਨ ਬਣਾਇਆ ਹੈ ਉਹਦੇ ਖਿਲਾਫ ਅਸੀਂ ਪੋਲੀਟੀਕਲੀ ਐਜੀਟੇਟ ਕਰ ਸਕਦੇ ਹਾਂ। ਕੋਰਟ ਦੇ ਖਿਲਾਫ ਤਾਂ ਪੋਲੀਟੀਕਲੀ ਐਜੀਟੇਟ ਤਾਂ ਨਹੀਂ ਨਾ ਕਰ ਸਕਦੇ, ਉਹ ਤਾਂ ਕਾਨੂੰਨ ਬਦਲਾਉਣ ਦੀ ਵੀ ਗੱਲ ਕਰ ਸਕਦੇ ਹਾਂ। ਕੋਰਟ 'ਚ ਤਾਂ ਇਕੱਲਾ ਸਾਨੂੰ ਬਦਲਾਉਣ ਦੀ ਗੱਲ ਕਰਨੀ ਪਊਗੀ, ਅਸੀਂ ਐਜੀਟੇਟ ਨਹੀਂ ਕਰ ਸਕਦੇ ਕੋਰਟ 'ਚ। ਇੱਥੇ ਤਾਂ ਅਸੀਂ ਐਜੀਟੇਟ ਵੀ ਕਰ ਸਕਦੇ ਹਾਂ। ਫਿਰ ਜਿੱਥੇ ਸਾਡੀ ਦੋ ਹਥਿਆਰ ਨੇ ਸਾਡੇ ਕੋਲ, ਅਸੀਂ ਉਧਰ ਨੂੰ ਜਾਵਾਂਗੇ ਜਾਂ ਇੱਕ ਵਾਲੇ ਪਾਸੇ ਨੂੰ ਜਾਵਾਂਗੇ। ਬਣਾਇਆ ਵੀ ਇਹਨੇ ਪਾਰਲੀਮੈਂਟ ਨੇ ਹੈ। ਦੂਜੀ ਗੱਲ, ਇਸ ਤੋਂ ਅੱਗੇ ਇੱਕ ਗੱਲ ਹੋਰ ਵੀ ਹੈ ਸੁਖਵਿੰਦਰ ਜੀ, ਆਪਾਂ ਰੋਜ਼ ਦੇਖਦੇ ਹਾਂ ਵੀ ਇੱਕ ਮਰਿਆਦਾ, ਆਪਣੇ ਸਾਰੇ ਸਮਾਜ 'ਚ ਹਰ ਚੀਜ਼ ਦੀ ਕੋਈ ਮਰਿਆਦਾ ਹੈ, ਜੰਮਣ ਦੀ, ਮਰਨ ਦੀ। ਤੁਸੀਂ ਆਪਾਂ ਬੰਦਾ ਮਰ ਜਾਂਦਾ, ਦੱਸੋ ਕਿੰਨੇ ਕੁ ਲੋਕ ਨੇ ਜਿਹੜੇ ਉਹਦਾ ਮੁਰਦਾ ਇੱਦਾਂ ਹੀ ਸੁੱਟ ਦਿੰਦੇ ਹੋਣਗੇ। ਚਾਹੇ ਕੋਈ ਦਫਨਾਉਣਾ ਹੈ, ਚਾਹੇ ਕੋਈ ਉਹਨੂੰ ਸਾੜਨਾ ਹੈ, ਚਾਹੇ ਉਹ ਕ੍ਰੀਮੇਟੋਰੀਅਮ ਦੇ ਵਿੱਚ ਬਿਜਲੀ ਦੀ ਉਸ 'ਚ ਸਾੜਨਾ ਹੈ, ਪਰ ਲੈ ਕੇ ਜਾਂਦੇ ਨਾ ਉਹਨੂੰ, ਨਲਾਉਣੇ ਆ, ਉਹਦੇ 'ਤੇ ਕੱਫਨ ਪਾਉਣੇ ਆ, ਉਹਨੂੰ ਲੈ ਕੇ ਜਾਂਦੇ ਆ। ਤੁਸੀਂ ਦੱਸੋ ਮੁਰਦੇ ਨੂੰ ਨਵਾਉਣ ਦੀ ਕੀ ਲੋੜ ਹੈ ਫਿਰ, ਜੇ ਐਂ ਗੱਲ ਸੋਚਣੀ ਹੋਵੇ। ਕਿਉਂ ਨਵਾਉਣੇ ਅਸੀਂ? ਕਿਉਂਕਿ ਇੱਕ ਮਰਿਆਦਾ ਹੈ ਵੀ ਅਸੀਂ ਮੁਰਦੇ ਦਾ ਵੀ ਆਦਰ ਕਰਦੇ ਹਾਂ। ਮਰਨ ਤੋਂ ਬਾਅਦ ਵੀ ਅਸੀਂ ਬੰਦੇ ਦਾ ਹੱਕ ਨਹੀਂ ਖਤਮ ਕਰਦੇ, ਕਿਉਂਕਿ ਜੇ ਮਰਨ ਨਾਲ ਉਹਦਾ ਹੱਕ ਖਤਮ ਹੋ ਗਿਆ ਫਿਰ ਕੱਫਨ ਕਿਉਂ ਮਿਲੂ ਉਸਨੂੰ ਉਸ ਘਰ 'ਚੋਂ? ਬਿਲਕੁਲ। ਫਿਰ ਉਹਦੇ ਤੇ ਘੀ ਕਿਉਂ ਪਾਇਆ ਜਾਊ, ਚੰਦਨ ਕਿਉਂ ਪਾਇਆ ਜਾਊ ਸਾੜਨ ਵੇਲੇ? ਫਿਰ ਭਾਈ ਉੱਥੇ ਅਰਦਾਸ ਜਾਂ ਪੰਡਤ ਉੱਥੇ ਕਿਉਂ ਕਰੂਗਾ ਹਵਨ ਵਗੈਰਾ? ਸੋ ਇਸ ਕਰਕੇ ਅਸੀਂ ਸਮਝਦੇ ਹਾਂ, ਸਾਡੀ ਸੰਸਕ੍ਰਿਤੀ ਇਹ ਕਹਿੰਦੀ ਮੁਰਦੇ ਦਾ ਵੀ ਹੱਕ ਹੈ, ਇਹ ਕਹਿੰਦੇ ਬੰਦਿਆਂ ਦਾ ਹੱਕ ਨਹੀਂ। ਸੋ ਮਰਿਆਦਾ, ਜਿਹੜਾ ਮੈਂ ਕਹਿਣਾ ਵੀ ਮਰਿਆਦਾ ਹੈ, ਉਹ ਮਰਿਆਦਾ ਜਿਹੜੀ ਹੈ, ਜੇ ਉਹ ਮਰਿਆਦਾ ਨਾ ਨਿਭਾਈ ਗਈ ਹੋਵੇ ਤਾਂ ਉਹਨੂੰ ਕਾਨੂੰਨ ਨਹੀਂ ਮੰਨਿਆ ਜਾ ਸਕਦਾ। ਵੈਸੀ ਇਹ ਮਰਿਆਦਾ ਰਾਜ ਸਭਾ ਤੋੜੀ ਗਈ। ਸਭ ਨੂੰ ਪਤਾ ਹੈ ਕਿ ਰਾਜ ਸਭਾ ਦੇ ਵਿੱਚ ਵੋਟਿੰਗ ਮੰਗੀ ਗਈ ਸੀ, ਇਹਨਾਂ ਨੇ ਵੋਟਿੰਗ ਕਰਾਈ ਨਹੀਂ। ਫਿਰ ਇਹ ਸਰਕਾਰ ਨੇ ਕਿਹਾ ਕਿ ਬੰਦਿਆਂ ਨੇ ਸੀਟ ਤੇ ਬੈਠ ਕੇ ਵੋਟਿੰਗ ਨਹੀਂ ਮੰਗੀ, ਸੀਟ ਤੇ ਬੈਠ ਕੇ ਮੰਗਣੀ ਚਾਹੀਦੀ ਹੈ, ਤਾਂ ਹੁੰਦੀ ਹੈ। ਉਹਨਾਂ ਨੇ ਵੀਡੀਓ ਦਿਖਾਤਾ ਵੀ ਆਹ ਲਓ ਸੀਟ ਤੇ ਬੈਠਾ ਮੰਗ ਕਰ ਰਿਹਾ, ਇਹ ਤਾਂ ਬਾਕੀ ਬੰਦੇ ਖੜੇ ਰਹਿਣ, ਬਾਕੀਆਂ ਨੂੰ ਤਾਂ ਰੋਕ ਨਹੀਂ ਸਕਦਾ, ਉਹ ਆਪਦੀ ਸੀਟ ਤੇ ਬੈਠਾ ਮੰਗ ਕਰ ਰਿਹਾ। ਫਿਰ ਚੁੱਪ ਕਰ ਗਏ। ਜਦ ਤੁਸੀਂ ਮਰਿਆਦਾ ਹੀ ਨਹੀਂ, ਆਪਾਂ ਕੋਈ ਵਿਆਹ ਸ਼ਾਦੀ ਕਰਦੇ ਹਾਂ, ਤੁਸੀਂ ਦੇਖੋ ਸਾਡੇ ਕੀ ਹੈ ਸਿਸਟਮ ਵੀ, ਜਾਂ ਤਾਂ ਜਿਹੜਾ ਵਿਆਹ ਹੈ ਉਹ ਕਿਸੇ ਧਾਰਮਿਕ ਵਿਧੀਵਤ ਰਿਸ਼ਤੇਦਾਰਾਂ ਨੇ ਕਰਿਆ ਹੋਵੇ, ਠੀਕ ਹੈ ਨਾ, ਚਾਹੇ ਆਨੰਦ ਕਾਰਜ ਕਰੇ ਨੇ, ਚਾਹੇ ਕੋਈ ਫੇਰੇ ਕਰਾਏ ਨੇ, ਚਾਹੇ ਕੋਈ ਨਿਕਾਹ ਫੜਿਆ, ਜੋ ਵੀ ਹੈ, ਠੀਕ ਹੈ, ਚਾਹੇ ਗਿਰਜੇ ਜਾ ਕੇ ਪਾਦਰੀ ਨੇ ਕਰਾਇਆ, ਜਾਂ ਫਿਰ ਕੋਰਟ 'ਚ ਰਜਿਸਟਰ ਕਰਾਈ ਹੋਵੇ ਮੈਰਿਜ, ਕੋਰਟ ਮੈਰਿਜ ਜਿਹਨੂੰ ਆਪਾਂ ਕਹਿੰਦੇ ਹਾਂ। ਪਰ ਜੇ ਦੋਨੇ ਗੱਲਾਂ ਨਾ ਕਰੀਆਂ ਹੋਣ ਫਿਰ ਤਾਂ ਆਪਾਂ ਉਹਨੂੰ ਮੈਰਿਜ ਨਹੀਂ ਨਾ ਮੰਨਦੇ, ਸ਼ਾਦੀ ਨਹੀਂ ਨਾ ਮੰਨਦੇ ਉਹਨੂੰ। ਇੱਦਾਂ ਹੀ ਇਹਨਾਂ ਨੇ ਕੀ ਕਰਿਆ, ਨਾ ਤਾਂ ਇਹਨਾਂ ਨੂੰ ਸੰਵਿਧਾਨ ਹੱਕ ਦਿੰਦਾ, ਨਾ ਇਹਨਾਂ ਨੇ ਮਰਿਆਦਾ ਦਾ ਪਾਲਣ ਕਰਿਆ। ਤੁਸੀਂ ਦੇਖੋ, ਤੇ ਇਸ ਕਰਕੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ, ਅਜੇ ਮੈਂ ਇਸ ਗੱਲ 'ਚ ਬਿਲਕੁਲ ਹੀ ਨਹੀਂ ਜਾ ਰਿਹਾ ਵੀ ਇਹਨਾਂ 'ਚ ਕਾਲਾ ਕੀ ਹੈ, ਇਹਨਾਂ 'ਚ ਬਿਲਕੁਲ ਹੀ ਕਾਲੇ ਨੇ ਇਹ ਸਾਹ। ਇੱਕ ਤਾਂ ਮੈਂ ਗੱਲ ਦੱਸੀ ਦਿੱਤੀ ਵੀ ਕਿਵੇਂ ਪਰਿਭਾਸ਼ਾ ਹੀ ਆਪਦੀ ਦੇਤੀ। ਦੂਜੇ ਕਹਿੰਦੇ ਜੀ ਜ਼ਮੀਨ 'ਤੇ ਕਬਜ਼ਾ ਹੋਣਾ ਨਹੀਂ, ਜਦ ਉਹਦੇ ਵਿੱਚ ਇਹ ਲਿਖਤਾ ਕਾਨੂੰਨ 'ਚ ਵੀ ਕਰਜ਼ਾ ਦਿਵਾਉਣ ਵਾਲੀਆਂ ਸੰਸਥਾਵਾਂ ਨਾਲ ਅਲਾਹਕ ਕਰਿਆ ਜਾਏਗਾ, ਕਿ ਕਰਜ਼ਾ ਦੇਣ ਵਾਲੀ ਸੰਸਥਾ ਹੈ ਜਿਹੜੀ, ਉਹ ਤਾਂ ਕੋਈ ਜ਼ਮੀਨ ਗਹਿਣੇ ਰਖਾ ਕੇ ਕੋਈ ਚੀਜ਼ ਹੀ ਗਹਿਣੇ ਰਖਾਊਗੀ ਨਾ, ਫਿਰ ਉਹਦੇ ਉੱਤੇ ਤਾਂ ਕੋਈ ਬੈਨ ਹੀ ਨਹੀਂ। ਉਹਨਾਂ ਨੇ ਲਿਖਿਆ ਹੈ ਵੀ ਜੇ ਜਿਹੜਾ ਕੋਈ ਠੇਕਾ ਹੈ ਜਾਂ ਜਿਹੜਾ ਕੋਈ ਕੰਟਰੈਕਟ ਉਸਦਾ ਹੈ ਵੀ ਫਸਲ ਖਰੀਦਣੀ ਹੈ, ਜਿਹੜੇ ਖਰੀਦਣੀ ਹੈ, ਜੇ ਉਹਦੇ 'ਚ ਝਗੜਾ ਪਿਆ ਹੈ ਉਹਦਾ ਨਿਪਟਾਰਾ ਹੋਣਾ ਹੈ, ਉਹਦੇ 'ਚ ਜ਼ਮੀਨ ਕੁਰਕ ਨਹੀਂ ਹੋ ਸਕਦੀ। ਪਰ ਇਹ ਤਾਂ ਕਿਤੇ ਲਿਖੇ ਨਹੀਂ ਵੀ ਜੇ ਕਰਜ਼ਾ ਵੀ ਲਿਆ ਹੋਇਆ ਉਸ ਜ਼ਮੀਨ 'ਤੇ ਤਾਂ ਵੀ ਕੁਰਕ ਨਹੀਂ ਹੋ ਸਕਦੀ, ਪਰ ਵਿੱਚ ਲਿਖਤਾ ਵੀ ਕਰਜ਼ਾ ਹੋ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਦੂਜਾ ਇਹ ਕਹਿੰਦੇ ਨੇ ਵੀ ਮੰਡੀਆਂ ਅਸੀਂ APMC ਤੋੜੀਆਂ ਨਹੀਂ। ਤੁਸੀਂ ਮੈਨੂੰ ਐਂ ਦੱਸੋ ਵੀ ਜੇ ਤੁਹਾਡੇ ਘਰੇ ਆ ਕੇ ਰੋਜ਼ ਬੰਦਾ ਸਬਜ਼ੀ ਵਾਲਾ ਮੰਡੀ ਦੀ ਸਬਜ਼ੀ ਨੂੰ ਸਸਤੀ ਸਬਜ਼ੀ ਦੇ ਕੇ ਜਾਵੇ ਤੇ ਤੁਸੀਂ ਮੰਡੀ 'ਚ ਲੈਣ ਜਾਓਗੇ ਸਬਜ਼ੀ? ਤੁਸੀਂ ਜਿੰਨਾ ਮਰਜ਼ੀ, ਤੁਸੀਂ ਤੁਹਾਡੀ ਆਪਣੀ ਦੁਕਾਨ ਵੀ ਮੰਡੀ 'ਚ ਹੋਵੇ, ਕਹੋਗੇ ਯਾਰ ਚੱਕ ਕੇ ਕਾਹਨੂੰ ਲਿਆਉਣੀ, ਉੱਥੇ ਘਰੇ ਸਸਤੀ ਮਿਲ ਜਾਂਦੀ ਹੈ, ਤੂੰ ਉਰੇ ਆਪਦੀ ਵੇਚ ਜੋ ਜਿਹੜੀ ਵੇਚਣੀ ਹੈ। ਇੱਦਾਂ ਦੁੱਧ, ਜੇ ਤੁਹਾਨੂੰ ਡੇਅਰੀ ਨਾਲੋਂ ਦੁੱਧ ਸਸਤਾ ਘਰੇ ਦੇ ਕੇ ਜਾਵੇ, ਕੋਈ ਕੁਆਲਿਟੀ ਵੀ ਬੈਟਰ ਦੇ ਕੇ ਜਾਵੇ, ਤੇ ਫਿਰ ਤੁਸੀਂ ਡੇਅਰੀ ਜਾਓਗੇ ਲੈਣ। ਹੁਣ ਜਦ ਮੰਡੀ ਦੇ ਵਿੱਚ 167 ਰੁਪਏ ਜਿਹੜਾ ਟੈਕਸ ਹੋਇਆ, ਉਹ ਟੈਕਸ ਖਤਮ ਕਰਤਾ ਕੇਂਦਰ ਨੇ,
ਤਾਂ ਉਹਦੇ ਚੋਂ 50-60 ਰੁਪਏ ਕਿਸਾਨ ਨੂੰ ਦੇ ਦੂ, 100 ਵੀ ਦੇ ਦੂ ਕਿਸਾਨ ਨੂੰ, ਨਾਲੇ ਉਹਦੇ ਘਰੋਂ ਚੁੱਕ ਲਿਆ। ਥਾਂ ਥਾਂ ਨੂੰ ਮੰਡੀ ਬਣਾਤਾ। ਕਹਾ ਮੰਡੀ ਡਿਕਲੇਅਰ ਕਰਤਾ ਵੀ ਪੂਰੇ ਦਾ ਪੂਰਾ ਮੁਲਕ। ਉੱਥੇ ਲਿਖਿਆ ਲਾਸਟ ਦੇ ਉੱਤੇ, ਪਹਿਲਾਂ ਲਿਖਿਆ ਵੇਅਰ ਹਾਊਸ, ਇਹ ਫਲਾਣਾ ਫਾਰਮ ਗੇਟ, ਹਾਂਜੀ ਸਾਈਲੋ, ਤੇ ਇਹ ਸਾਰਾ ਕੁਝ ਲਿਖ ਕੇ ਫੈਕਟਰੀ ਪ੍ਰੀਮਿਸਿਸ ਥੱਲੇ ਲਿਖਤਾ ਐਨੀ ਅਦਰ ਪਲੇਸ। ਐਨੀ ਅਦਰ ਪਲੇਸ ਦਾ ਮਤਲਬ ਕੀ ਹੈ? ਸੜਕ ਤੇ ਖੜ ਕੇ ਤੁਸੀਂ ਵੇਚ ਲਓ, ਤੁਸੀਂ ਦਰਵਾਜ਼ੇ 'ਚ ਖੜ ਕੇ ਵੇਚ ਲਓ, ਤੁਸੀਂ ਗਲੀ 'ਚ ਖੜ ਕੇ ਵੇਚ ਲਓ, ਜਿੱਥੇ ਮਰਜ਼ੀ ਬਹਿ ਜਾਓ, ਟਿੱਬੇ 'ਤੇ ਬਹਿ ਜਾਓ। ਸੋ ਜਦ ਤੁਸੀਂ ਸਾਰਾ ਮੁਲਕ ਹੀ ਮੰਡੀ ਬਣਾਤਾ, ਤੇ ਮੰਡੀ ਨਿਰਧਾਰਤ ਜਿਹੜੀ APMC ਮੰਡੀ ਆ ਉਹਦੇ 'ਚ ਕੌਣ ਜਾਊਗਾ? ਮੁੜ ਕੇ ਗਾਂ ਉੱਥੇ ਟੈਕਸ ਵੀ ਲੱਗਣਾ। ਜਿਹੜਾ ਖਰੀਦਦਾਰ ਹੈ ਉਹਦੇ ਤੇ ਟੈਕਸ ਲੱਗਣਾ। ਉਹ ਖਰੀਦਦਾਰ ਉੱਥੇ ਕਿਉਂ ਜਾਊਗਾ ਖਰੀਦਣ? ਉਹ ਕਹਿੰਦਾ ਇੱਥੋਂ ਸਸਤਾ ਲੈਣੇ ਯਾਰ, 150 ਰੁਪਏ ਪੌਣੇ 200 ਰੁਪਏ ਕੁਇੰਟਲ ਘੱਟ ਮਿਲ ਪਊਗਾ ਆਪਾਂ ਨੂੰ ਭਾਅ, ਉਹ ਇੱਥੋਂ ਮਹਿੰਗਾ ਵੀ ਖਰੀਦ ਥੋੜ੍ਹੀ ਦੇਰ। ਸੋ ਇਹ ਵੀ ਗਲਤ ਹੈ। ਇਸੇ ਤਰ੍ਹਾਂ ਹੀ ਵੀ ਜਿਹੜਾ ਖਰੀਦਦਾਰ ਹੈ, ਅੱਗੇ ਆੜ੍ਹਤੀਏ ਲਾਇਸੈਂਸ ਲੈਂਦੇ ਸੀ। ਆੜ੍ਹਤੀਆ ਪੱਕਾ ਹੈ, ਸਭ ਨੂੰ ਪਤਾ ਹੈ ਕੱਚਾ ਆੜ੍ਹਤੀ ਹੈ ਜੀ, ਇਹ ਪੱਕਾ ਆੜ੍ਹਤੀ ਹੈ ਜੀ, ਆੜ੍ਹਤੀ ਦੁਕਾਨ ਹੈ, ਉਹਨੂੰ ਸਾਰੇ ਜਾਣਦੇ ਨੇ, ਸਭ ਕੁਛ ਹੈ। ਹੁਣ ਕੀ ਹੈ, ਜਿਹਦੇ ਕੋਲ ਪੈਨ ਕਾਰਡ ਹੈ ਉਹ ਆ ਕੇ ਖਰੀਦ ਲਿਓ, ਉਹਨੂੰ ਖਰੀਦਦਾਰ ਕਹਿਤਾ। ਆਪਾਂ ਨੂੰ ਪਤਾ ਹੀ ਹੈ ਪੈਨ ਕਾਰਡ ਕਿੰਨੇ ਕਿੰਨੇ ਝੂਠੇ ਬਣੇ ਹੋਏ ਨੇ ਲੋਕਾਂ ਦੇ। ਲੋਕਾਂ ਦੇ ਤਾਂ ਆਧਾਰ ਕਾਰਡ ਝੂਠੇ ਬਣੇ, ਪੈਨ ਕਾਰਡ ਦੇ ਤਾਂ ਕੋਈ ਅੰਗੂਠਾ ਵਗੈਰਾ ਲੱਗਦਾ ਹੀ ਨਹੀਂ। ਆਧਾਰ ਕਾਰਡ ਜਿੱਥੇ 5 ਉਂਗਲਾਂ ਲਗਾਉਂਦੇ ਨੇ ਉਹ ਵੀ ਝੂਠੇ ਬਣੇ ਹੋਏ ਦੇਖੇ ਨੇ। ਤੇ ਇਹ ਤਾਂ ਕੋਈ ਔਖਾ ਕੰਮ ਹੀ ਨਹੀਂ। ਸੋ ਇਸ ਕਰਕੇ ਦੇਸ਼ ਦੇ ਵਿੱਚ ਜਿੱਦਾਂ ਦੀ ਸਿਚੁਏਸ਼ਨ ਹੈ, ਜਿੱਦਾਂ ਦਾ ਇਹ ਪ੍ਰਣਾਲੀ ਚੱਲ ਰਹੀ ਹੈ, ਉਹਦੇ ਵਿੱਚ ਇਹ ਕਹਿਣਾ, ਫਿਰ ਇੱਕ ਲਾਸਟ ਮੈਂ ਗੱਲ ਕਹਾਂਗਾ ਇਹਦੇ 'ਚ, ਸ਼ਰਤਾਂ ਪਾਈਆਂ ਨੇ। ਸ਼ਰਤਾਂ ਇੱਕ ਪਾਸੇ ਤਾਂ ਪੂਰੀਆਂ ਦਿਖਤੀਆਂ ਵੀ ਉਹਦੀ ਕੁਆਲਿਟੀ, ਉਹਦਾ ਗ੍ਰੇਡ, ਉਹਦੇ 'ਚ ਇਨਸੈਕਟੀਸਾਈਡ ਯਾਨੀ ਕਿ ਕੀਟਨਾਸ਼ਕ ਕਿੰਨੇ ਨੇ, ਉਹਦੇ 'ਚ ਖਾਦ ਕਿੰਨੀ ਹੈ ਬਣਾਉਟੀ, ਉਹਦੇ ਵਿੱਚ ਲੇਬਰ ਪੈਸੇ ਠੀਕ ਦਿੱਤੇ ਗਏ ਨੇ ਕਿ ਨਹੀਂ, ਉਹਦੇ 'ਚ ਪਰਿਆਵਰਨ ਦਾ ਧਿਆਨ ਰੱਖਿਆ ਗਿਆ ਕਿ ਨਹੀਂ, ਉਹਦੇ ਦਾਣੇ ਦੀ ਮੋਟਾਈ ਕਿੰਨੀ ਹੈ, ਇਹ ਸਾਰਾ ਕੁਛ ਲਿਖਿਆ ਵੀ ਇਹ ਸ਼ਰਤਾਂ ਜਿਹੜੀਆਂ ਨੇ ਪੂਰੀਆਂ ਹੋਣਗੀਆਂ ਫਸਲ ਦੀਆਂ ਤਾਂ ਫਸਲ ਲਈ ਜਾਏਗੀ। ਪਰ ਦੂਜੇ ਪਾਸੇ ਉਹਦੇ 'ਚ ਹੀ ਲਿਖਿਆ ਹੈ ਵੀ ਸੇਵਾਵਾਂ ਦੇਵੇਗਾ ਜਿਹੜਾ ਖਰੀਦਦਾਰ ਹੈ ਇਹਨੂੰ। ਸੇਵਾਵਾਂ 'ਚ ਲਿਖਿਆ ਵੀ ਉਹ ਇਹਨੂੰ ਸੰਦ ਦੇਵੇਗਾ, ਇਹਨੂੰ ਕੀਟਨਾਸ਼ਕ ਦੇਵੇਗਾ, ਇਹਨੂੰ ਸਲਾਹ ਦੇਵੇਗਾ, ਇਹਨੂੰ ਰੇਹ ਦੇਵੇਗਾ, ਇਹਨੂੰ ਕੋਈ ਪਾਣੀ ਮੋਟਰ ਹੋਰ ਦੇਵੇਗਾ। ਉੱਥੇ ਕਿਤੇ ਨਹੀਂ ਲਿਖਿਆ ਵੀ ਉਹ ਵੀ ਸ਼ਰਤਾਂ ਹੋਣਗੀਆਂ ਵੀ ਉਹ ਕੁਆਲਿਟੀ ਹੋਏਗੀ, ਵੀ ਜੇ ਰੇਹ ਮਾੜਾ ਦੇ ਤਾਂ ਭਾਈ ਫਿਰ ਪੈਸੇ ਤੂੰ ਇਹਨੂੰ ਸਮਾਂ ਹਰਜਾਨਾ ਭਰੇਗਾ, ਜਾਂ ਕੀਟਨਾਸ਼ਕ ਮਾੜੇ ਦੇ ਤੇ ਫਸਲ ਮਾਰੀ ਗਈ ਛਿੜਕਣ ਤੋਂ ਬਾਅਦ ਵੀ ਫਿਰ ਤੂੰ ਹਰਜਾਨਾ ਭਰੇਗਾ, ਜਾਂ ਤੂੰ ਇਹਨੂੰ ਸੰਦ ਮਾੜੇ ਦੇ ਤੇ ਉਹ ਜਾਨ ਸਾਰੀ ਟੁੱਟ ਗਈ ਫਿਰ ਤੂੰ ਉਹਦਾ ਹਰਜਾਨਾ ਭਰੇਗਾ। ਉੱਥੇ ਕਿਤੇ ਨਹੀਂ ਸ਼ਰਤਾਂ ਲਾਈਆਂ, ਤਾਂ ਫਿਰ ਕਾਨੂੰਨ ਕਿਹਦੇ ਹੱਕ 'ਚ ਹੋਏ? ਦੋ ਧਿਰਾਂ ਨੇ, ਇੱਕ ਧਿਰ ਨੂੰ ਲਿਖਤਾ ਵੀ ਤੂੰ ਆਹ ਸ਼ਰਤਾਂ ਸਾਰੀਆਂ ਪੂਰੀਆਂ ਕਰੇਗਾ, ਦੂਜੀ ਧਿਰ ਨੂੰ ਕੋਈ ਸ਼ਰਤ ਨਹੀਂ ਲਾਈ ਹੋਈ। ਬਿਲਕੁਲ। ਸੋ ਇਸ ਕਰਕੇ ਇਹ ਕਾਨੂੰਨ ਲੋਕਾਂ ਦੀ ਜ਼ਮੀਨ ਵੀ ਖੋਹਣਗੇ, ਲੋਕਾਂ ਦਾ ਰੁਜ਼ਗਾਰ ਵੀ ਖੋਹਣਗੇ। ਇਹ ਵੱਡਾ ਜਿਹੜਾ ਹੁਣ ਹੈਗਾ ਆ, ਜਿਹੜਾ ਕਹਿੰਦੇ ਨੇ ਨੰਬਰ ਲੈ ਲਓ, ਇਸੇ ਵਾਸਤੇ ਨੇ ਵੀ ਜ਼ਮੀਨਾਂ 'ਤੇ ਹੁਣ ਟੇਢੇ ਤਰੀਕੇ ਨਾਲ, ਢੰਗ ਨਾਲ, ਜਿਵੇਂ ਆ ਹੁਣ ਆ ਦਲਿਤਾਂ ਦਾ ਕਰ ਨਹੀਂ ਰਹੇ, ਚੁਣ ਕੇ ਦਲਿਤਾਂ ਨੂੰ ਆਪਦੇ ਨਾਲ ਰਲਾ ਰਹੀ ਹੈ BJP, ਤਾਂ ਕਿ ਦਲਿਤਾਂ ਦਾ ਤੇ ਕਿਸਾਨਾਂ ਦਾ ਜਿਹੜਾ ਇੱਕ ਹੋਇਆ ਉਹ ਟੁੱਟ ਜੇ। ਜਿਹੜਾ ਪਹਿਲਾਂ ਕਿਸਾਨਾਂ ਦਾ ਆਪਸੇ ਭਾਈਚਾਰਾ ਸੀ ਉਹ ਤੋੜਨ ਦੀ ਕੋਸ਼ਿਸ਼ ਕਰੀ, ਖਾਲਿਸਤਾਨੀ ਕਹਿ ਕੇ, ਕਦੇ ਕੁਛ ਕਹਿ ਕੇ, ਆਹ ਜਿਹੜਾ ਕੱਲ੍ਹ ਉਹਨੇ ਬਿਆਨ ਦਿੱਤਾ ਉਹਦੇ ਨਾਲ ਉਹ ਤਾਂ ਟੁੱਟਿਆ ਨਹੀਂ। ਹੁਣ ਉਹ ਸੋਚਦੇ ਨੇ ਦਲਿਤਾਂ ਦਾ ਤੇ ਜਿਹੜੇ ਕਿਸਾਨਾਂ ਦਾ ਭਾਈਚਾਰਾ ਹੈ, ਫਿਰ ਆੜ੍ਹਤੀਆਂ ਦਾ ਤੇ ਸ਼ਹਿਰੀਆਂ ਦਾ ਤੇ ਪੇਂਡੂਆਂ ਦਾ ਤੋੜਨ ਦੀ ਕੋਸ਼ਿਸ਼ ਕਰੀ। ਉਹਦੇ ਚੰਡੀਗੜ੍ਹ 'ਚ ਜਵਾਕ ਲਈ ਖੜੇ ਰਹਿੰਦੇ ਨੇ ਝੰਡੇ, ਉਹ ਤੋੜ ਨਹੀਂ ਸਕੇ। ਫਿਰ ਆੜ੍ਹਤੀਆਂ ਦਾ ਤੋੜਨ ਦੀ ਕੋਸ਼ਿਸ਼ ਕਰੀ, ਆੜ੍ਹਤੀਆਂ 'ਤੇ ਹਮਲਾ ਕਰਕੇ ਉਹ ਤੋੜ ਨਹੀਂ ਸਕੇ ਕਿਸਾਨਾਂ ਨਾਲੋਂ। ਹੁਣ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਕਿ ਦਲਿਤਾਂ ਦਾ ਭਾਈਚਾਰਾ ਤੋੜ ਦਈਏ। ਸੋ ਜਿਹੜਾ ਬੰਦਾ ਕੋਝੇ ਹੱਥ ਕੰਡੇ ਵਰਤੇ, ਉਹ ਕੌਣ ਵਰਤਦਾ? ਕੋਝੇ ਹੱਥ ਕੰਡੇ ਉਹੀ ਵਰਤਦਾ ਜਿਹਦੇ ਕੋਲੇ ਅਸਲੀ ਕਾਨੂੰਨੀ ਤਾਕਤ ਨਾ ਹੋਵੇ। ਸੋ ਮੇਰੇ ਵਿਚਾਰ ਇਹੀ ਹੈ ਵੀ ਸੁਪਰੀਮ ਕੋਰਟ 'ਚ ਜਾਣ ਦਾ ਤਾਂ ਕੋਈ ਮਤਲਬ ਨਹੀਂ। ਉਹ ਜਿਹੜੀ ਰਿਪੋਰਟ ਦੀ ਗੱਲ ਆ ਉਹ ਜਾਣ ਬੁੱਝ ਕੇ ਕਹੀ ਗਈ ਹੈ, ਤਾਂ ਕਿ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਤਾ ਸੀ ਕਾਨੂੰਨ ਠੀਕ ਨੇ। ਜਿਨ੍ਹਾਂ ਤਿੰਨਾਂ ਨੇ ਰਿਪੋਰਟ ਤਿਆਰ ਕਰੀ ਹੈ ਜੋ ਇੰਨੀ ਚੰਗੇ ਸੀ, ਫਿਰ ਉਹ ਕਹਿੰਦੇ ਜੀ ਸਾਡੇ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਕਾਨੂੰਨ ਚੰਗੇ ਨੇ, ਸਾਤੋਂ ਕਿਉਂ ਤਿਆਰ ਕਰਵਾਉਣੇ, ਕਿਸੇ ਹੋਰ ਤੋਂ ਕਰਵਾਓ। ਠੀਕ ਹੈ ਨਾ? ਜਾਂ ਦੋ ਬੰਦੇ ਪਾ ਦਿਓ, 2 ਚੰਗੇ ਕਹਿਣ ਵਾਲਿਆਂ ਦੇ ਪਾ ਦਿਓ, 2 ਮਾੜੇ ਕਹਿਣ ਵਾਲਿਆਂ ਦੇ ਪਾ ਦਿਓ, ਫਿਰ ਤਾਂ ਕੋਈ ਗੱਲ ਬਣੀ। ਇੱਕ 5ਵਾਂ ਸਾਂਝਾ ਬਿੱਲਾ ਜਾ ਪਾ ਦਿਓ, ਉਹ ਵੀ ਨਹੀਂ ਹੋਇਆ। ਸੋ ਤੁਸੀਂ ਕਾਨੂੰਨਾਂ ਦੇ ਉਹ ਜਾਣ ਕੇ ਕਹਿ ਰਹੇ ਨੇ ਤਾਂ ਕਿ ਲੋਕ ਹੁਣ ਮੰਗ ਕਰਨੀ ਸ਼ੁਰੂ ਕਰਨੀ, ਖੋਲੋ ਰਿਪੋਰਟ ਖੋਲੋ। ਫਿਰ ਕਹਿੰਦਾ ਲਓ ਜੀ ਖੋਲ ਲਈ, ਹੁਣ ਜਾਓ ਤੁਸੀਂ ਘਰਾਂ ਨੂੰ। ਉਹ ਰਿਪੋਰਟ ਮੈਂ ਅੱਜ ਵੀ ਦੱਸ ਦਿੰਦਾ, ਉਹਦੇ 'ਚ ਵੱਧ ਤੋਂ ਵੱਧ ਇਹ ਹੋਊਗਾ ਵੀ ਆਹ ਕਰ ਦਿਓ, ਆਹ ਕਰ ਦਿਓ। ਉਹ 'ਚ ਕਾਨੂੰਨ ਵਾਪਸੀ ਦਾ ਬਿਲਕੁਲ ਹੀ ਨਹੀਂ ਲਿਖਿਆ ਹੋਣਾ। ਦੇਖ ਲਓ ਕਿਉਂਕਿ ਮੇਰਾ ਰੋਜ਼ ਦਾ ਹੀ ਤੇ ਚੱਲਦਾ। ਜੀ ਬਿਲਕੁਲ। ਡਾਕਟਰ ਸਾਹਿਬ, ਜਦੋਂ ਤੋਂ ਅਸੀਂ ਖੇਤੀ ਕਾਨੂੰਨਾਂ ਵਾਲਾ ਮੈਟਰ ਸਾਹਮਣੇ ਆਇਆ, ਉਦੋਂ ਤੋਂ ਜਦੋਂ ਸਿਆਸੀ ਪੱਖ ਵੱਲ ਨਜ਼ਰ ਮਾਰਦੇ ਆ, ਸਾਰਾ ਕੁਝ ਹੋਇਆ ਖੇਤੀ ਕਾਨੂੰਨਾਂ 'ਚ ਕਾਲਾ ਕੀ, ਸਭ ਕੁਝ ਲੋਕਾਂ ਤੱਕ ਹੁਣੇ ਤਕਰੀਬਨ ਸਾਰੀ ਜਾਣਕਾਰੀ ਪਹੁੰਚੀ। ਪਰ ਹੁਣ ਤੱਕ ਕਿਸੇ ਵੀ ਸੂਬਾ ਸਰਕਾਰ ਨੇ, ਮੈਨੂੰ ਨਹੀਂ ਲੱਗਦਾ ਕਿ ਉਸ ਪੱਧਰ ਦੇ ਉੱਤੇ ਝੰਡਾ ਚੁੱਕਿਆ ਹੋਵੇ ਜਿਸ ਤਰ੍ਹਾਂ ਜੰਗਨੁਮਾ ਰੂਪ ਦੇ ਵਿੱਚ ਕਿਸਾਨ ਪੂਰੇ ਦੇਸ਼ ਵਿੱਚ ਇਕਜੁੱਟ ਨੇ। ਇੱਧਰ ਪੰਜਾਬ ਦੇ ਵਿੱਚ, ਉਧਰ ਦਿੱਲੀ ਦੀਆਂ ਬਾਰਡਰਾਂ ਤੇ ਜਾ ਕੇ ਬੈਠੇ ਨੇ ਕਿ ਸਿੱਧਾ ਫੈਡਰਲ ਢਾਂਚੇ ਉੱਤੇ ਹਮਲਾ ਹੈ, ਸਿੱਧਾ ਸੂਬਿਆਂ ਦੀ ਖੁਦ ਮੁਖਤਿਆਰੀ ਦੇ ਉੱਤੇ ਹਮਲਾ ਹੈ।
ਨਾ ਕੋਈ ਸੂਬਾ ਸਰਕਾਰ, ਜਿੱਥੇ ਬੀਜੇਪੀ ਨਹੀਂ ਹੈਗੀ, ਜੇ ਪੰਜਾਬ ਦੀ ਆਪਾਂ ਗੱਲ ਕਰਦੇ ਆ, ਇੱਥੇ ਬੀਜੇਪੀ ਦੀ ਸਰਕਾਰ ਨਹੀਂ, ਕਾਂਗਰਸ ਦੀ ਸਰਕਾਰ ਹੈ, ਉਹ ਉਸ ਪੱਧਰ ਤੇ ਝੰਡਾ ਬੁਲੰਦ ਨਹੀਂ ਕਰ ਰਹੀ ਕਿ ਤੁਸੀਂ ਸਾਡੇ ਸੂਬੇ ਦੇ ਵਿੱਚ ਆ ਕੇ ਐਂਟਰ ਕੀਤਾ ਕਿਵੇਂ, ਤੁਸੀਂ ਸਾਡੇ ਅਧਿਕਾਰਾਂ ਦੇ ਵਿੱਚ ਐਂਟਰੀ ਕੀਤੀ ਕਿੱਦਾਂ। ਉਸ ਪੱਧਰ ਦੇ ਉੱਤੇ ਜਿਵੇਂ ਬੋਲਣਾ ਚਾਹੀਦਾ ਸੀ, ਉਹਨਾਂ ਨੂੰ ਜਾ ਕੇ ਸਾਹਮਣੇ ਬਾਹਰ ਆਉਂਦੇ, ਆ ਕੇ ਕੋਈ ਵੱਡਾ ਐਜੀਟੇਸ਼ਨ ਕਰਦੇ, ਜਿਹੜਾ ਏਦਾਂ ਕਿਸਾਨਾਂ ਦੇ ਵਾਂਗੂ ਲੌਂਗ ਚੱਲਦਾ, ਲੰਬਾ ਚੱਲਦਾ, ਤਾਂ ਕਿ ਦੁਨੀਆ ਭਰ ਦੇ ਵਿੱਚ ਇਹ ਵੀ ਸੁਨੇਹਾ ਜਾਂਦਾ ਕਿ ਸੂਬੇ ਆਪਣੇ ਆਪਣੇ ਅਧਿਕਾਰ ਬਚਾਉਣ ਦੇ ਲਈ ਬਾਹਰ ਆ ਚੁੱਕੇ ਨੇ। ਜਿਵੇਂ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਐਗਜ਼ਾਮਪਲ ਸਾਡੇ ਸਾਹਮਣੇ ਆ, ਉਹ ਸਾਰਾ ਕੁਝ ਅਸੀਂ ਦੇਖਦੇ ਆ। ਏਦਾਂ ਹੀ ਕਿਸੇ ਹੋਰ ਸੂਬੇ ਦੇ ਵਿੱਚੋਂ ਇਹੋ ਜਿਹੀ ਲਲਕਾਰ ਸਾਹਮਣੇ ਨਹੀਂ ਆਈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੇ ਅੱਜ ਨਾ ਸੂਬਿਆਂ ਦੇ ਅਧਿਕਾਰ ਬਚਾਏ ਗਏ ਤਾਂ ਕੱਲ ਨੂੰ ਹੋਰ ਵੀ ਆ ਜਾਣਗੇ ਅੱਗੋਂ। ਦੇਖੋ, ਸੂਬਿਆਂ ਦੇ ਸਾਰੇ ਅਧਿਕਾਰੀ ਤਕਰੀਬਨ ਕੇਂਦਰ ਨੇ ਖੋੜੇ ਨੇ। ਪਹਿਲੀ ਗੱਲ ਇਹ ਅਸੀਂ ਮੰਨ ਕੇ ਚੱਲੀ, ਚਾਹੇ ਸੜਕਾਂ ਨੇ, ਚਾਹੇ ਬਿਜਲੀ ਹੈ, ਚਾਹੇ ਪਾਣੀ ਹੈ, ਚਾਹੇ ਜੰਗਲ ਨੇ, ਚਾਹੇ ਜ਼ਮੀਨ ਹੈ, ਚਾਹੇ ਖੇਤੀ ਹੈ, ਚਾਹੇ ਸਿੱਖਿਆ ਹੈ, ਚਾਹੇ ਸਿਹਤ ਹੈ, ਚਾਹੇ ਪਰਿਆਵਰਨ ਹੈ। ਇਹ ਸਾਰੇ ਅਧਿਕਾਰ ਜਿਹੜੇ ਨਸ਼ਿਆਂ ਦੇ ਉੱਤੇ ਪਹਿਲਾਂ ਹੀ ਕੇਂਦਰ ਦੀ ਐਕਟ ਹੈ, ਅਤੇ ਇਹ ਸਾਰੇ ਅਧਿਕਾਰ ਸੂਬਿਆਂ ਦੇ ਖੋੜੇ। ਸੂਬੇ ਬਿਲਕੁਲ ਨਹੀਂ ਬੋਲੇ, ਕਿਉਂਕਿ ਸੂਬਿਆਂ ਦਾ, ਜੇ ਪੰਜਾਬ ਦਾ ਅਸੀਂ ਰੈਵਨਿਊ ਦੇਖੀਏ, ਰੋਜ਼ ਜਿਹੜਾ ਕੇਂਦਰ ਵੱਲੋਂ ਜੋ ਪੈਸਾ ਇਹਨਾਂ ਨੂੰ ਮਿਲਦਾ ਕਿਸੇ ਨਾ ਕਿਸੇ ਤਰ੍ਹਾਂ, ਉਹਦਾ ਸ਼ੇਅਰ ਵੱਧਦਾ ਜਾ ਰਿਹਾ ਹੈ। ਇਹਨਾਂ ਦੀ ਆਪਦੀ ਆਮਦਨ ਘਟਦੀ ਜਾ ਰਹੀ ਹੈ, ਕਿਉਂਕਿ ਆਪਦੀ ਆਮਦਨ ਤਾਂ ਮਾਫੀਆ ਨੂੰ ਦੇ ਰੱਖੀ ਹੈ, ਆਉਣੀ ਕਿੱਥੋਂ ਹੈ ਖਜ਼ਾਨੇ 'ਚ। ਸੋ ਇਹ ਸੂਬੇ ਕੋਈ ਬੋਲ ਨਹੀਂ ਰਹੇ, ਇਹ ਜਾਣ ਬੁੱਝ ਕੇ ਨਹੀਂ ਬੋਲ ਰਹੇ, ਕਿਉਂਕਿ ਸਾਰੀਆਂ ਪਾਰਟੀਆਂ ਇਸੇ ਗੱਲ ਦੇ ਉੱਤੇ ਨੇ ਵੀ ਕੇਂਦਰ 'ਚ ਜੋ ਮਰਜ਼ੀ ਹੋਈ ਜਾਵੇ, ਆਪਾਂ ਕੀ ਲੈਣਾ, ਆਪਾਂ ਬਸ ਇੱਕ ਇੱਥੇ ਰਾਜ ਜਾ ਕਰਨਾ। ਸੂਬਿਆਂ ਦੇ ਅਧਿਕਾਰਾਂ ਦੀ ਗੱਲ ਜੇ ਕੋਈ ਕਹੇ, ਵੱਡੀ ਗੱਲ ਲੱਗਦੀ ਹੈ ਦੇਖਣ ਨੂੰ। ਅੱਜ ਦੋ ਪਾਰਟੀਆਂ ਐਸੀਆਂ ਨੇ ਜਿਹੜੀਆਂ ਕਹਿੰਦੀਆਂ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ ਜੀ ਕਾਨੂੰਨਾਂ ਦੇ ਵਿਰੁੱਧ। ਤੁਸੀਂ ਕਾਨੂੰਨਾਂ ਦੇ ਵਿਰੁੱਧ ਮਾਰਚ ਕਰਨ ਦੀ ਬਜਾਏ ਤੁਸੀਂ ਵੱਧ ਅਧਿਕਾਰ, ਜਿਹੜੇ ਅਧਿਕਾਰ ਵੱਧ ਵੀ ਨਾ ਕਹੋ, ਮੈਂ ਤਾਂ ਕਹਿਣਾ ਜਿਹੜੇ ਖੁੱਸੇ ਹੋਏ ਅਧਿਕਾਰ ਨੇ ਸੰਵਿਧਾਨ 'ਚ ਸਾਨੂੰ ਮਿਲੇ ਹੋਏ ਸੀ, ਕੇਂਦਰ ਦੀਆਂ ਸਰਕਾਰਾਂ ਨੇ ਬਾਰ-ਬਾਰ ਏ ਨੇ, ਬੀ ਨੇ, ਸੀ ਨੇ ਖੋਲੇ, ਉਹ ਵਾਪਸ ਮੰਗਣ ਦੀ ਹੋਈ ਤੁਸੀਂ ਲੜਾਈ ਲੜੋ। ਤੁਸੀਂ ਆਪ ਹੀ ਕਹਿੰਦੇ ਹਾਥੀ ਦੀ ਪੈਡ ਸਾਰੀਆਂ ਪੈਡਾਂ। ਤੁਸੀਂ ਕਹੋ ਵੀ ਸਾਡੇ ਆਹ ਅਧਿਕਾਰ ਸੀ, ਇਹ ਸਾਡੇ ਕੋਲ ਹੀ ਰਹਿਣੇ ਚਾਹੀਦੇ ਨੇ, ਸਾਡੇ ਵਾਪਸ ਦਿਓ। ਤੁਸੀਂ ਆਪਦੇ ਅਧਿਕਾਰ ਵਾਪਸ ਨਹੀਂ ਮੰਗ ਰਹੇ, ਤੁਸੀਂ ਕਹਿੰਦੇ ਹੋ ਜੀ ਕਾਨੂੰਨ ਵਾਪਸ ਕਰ ਦਿਓ। ਦੇਖੋ ਗੱਲ ਕਿੱਥੇ ਕਰੀਏ, ਅਧਿਕਾਰ ਫਿਰ ਨਹੀਂ ਮੰਗ ਰਹੇ। ਸੋ ਇਸ ਕਰਕੇ ਸੂਬਿਆਂ ਦਾ ਹੁਣ ਤਾਂ ਜਿਹੜੀ ਪਾਰਟੀ ਰੀਜਨਲ ਪਾਰਟੀ ਅਕਾਲੀ ਦਲ ਸੀ, ਉਹ ਵੀ ਇਸ ਗੱਲ ਦੇ ਉੱਤੇ ਲੱਗੀ ਹੋਈ ਆ ਵੀ ਇਹਨੂੰ ਪੂਰਾ ਤੋੜ ਦਿਓ। ਨੈਸ਼ਨਲ, ਐਂਟੀ ਨੈਸ਼ਨਲ, ਹਿੰਦੂ, ਸਿੱਖ, ਮੁਸਲਮਾਨ, ਈਸਾਈ ਵਾਲੇ ਬਹਾਨਿਆਂ 'ਚੋਂ ਪਏ ਹੋਏ ਨੇ। ਕਿਸਾਨਾਂ ਨਾਲ ਇੱਕ ਪਾਸੇ ਟੱਕਰ ਲਈ ਜਾਂਦੇ ਨੇ, ਵੀ ਅਸੀਂ ਤਾਂ ਕਰਾਂਗੇ, ਰੈਲੀਆਂ ਲਾ ਲਓ, ਜਿਹੜੇ ਜੋੜ ਲਾਉਣਾ। ਮੈਂ ਕਹਿੰਦਾ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਪੋਲੀਟੀਕਲ ਜਿਹੜਾ ਡਿਸਕੋਰਸ ਹੈ ਰੋਕਣਾ ਜਾਂ ਨਹੀਂ ਰੋਕਣਾ, ਪਰ ਐਟ ਦੀ ਸੇਮ ਟਾਈਮ ਪੋਲੀਟੀਕਲ ਪਾਰਟੀਆਂ ਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਵੀ ਅਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਝਗੜਾ ਨਾ ਕਰੀਏ। ਇਹ ਨਾ ਕਹੀਏ ਵੀ ਇਹਨਾਂ ਦੇ ਸਿਰ ਭੰਨੇ ਜਾ ਸਕਦੇ ਨੇ ਜੇ ਅਸੀਂ ਤੁਹਾਨੂੰ ਹੁਕਮ ਦੇ ਦਈਏ। ਅਕਾਲੀ ਦਲ ਵੀ ਰੈਲੀ 'ਚ ਕਿਹਾ ਜਾ ਰਿਹਾ ਸੀ। ਸੋ ਸਾਨੂੰ ਮੈਨੂੰ ਐਂ ਲੱਗਦਾ ਹੈ, ਜਿੰਨਾ ਕੁ ਮੈਂ ਅੱਜ ਹੀ ਮੇਰੇ ਕੋਲ ਕੋਈ ਬੰਦੇ ਬੈਠੇ ਸੀ, ਮੈਂ ਕਿਹਾ ਜੀ ਮੈਨੂੰ ਤਾਂ ਕੋਈ ਹੁਣ ਅਜੇ ਮੈਨੂੰ ਪਹਿਲਾਂ ਉਮੀਦ ਹੁੰਦੀ ਸੀ, ਹੁਣ ਤਾਂ ਮੈਨੂੰ ਸਿਆਸੀ ਪਾਰਟੀਆਂ ਤੋਂ ਜਿਹੜੀਆਂ ਜਿੰਨੀਆਂ ਵੀ ਨੇ, ਜਿੰਨੀਆਂ ਨਵੀਆਂ ਬਣ ਰਹੀਆਂ ਨੇ, 3-4 ਪਾਰਟੀਆਂ ਨਵੀਆਂ ਬਣ ਗਈਆਂ, ਕਿਸੇ ਇੱਕ ਨੇ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਰੀਏ, ਕਿਸੇ ਇੱਕ ਨੇ ਮੁੱਦਿਆਂ ਦੀ ਗੱਲ ਕਰੀਏ। ਸੋ ਜੇ ਮੁੱਦਿਆਂ ਦੀ ਗੱਲ ਨਹੀਂ ਕਰਨੀ, ਮੁੱਦਿਆਂ ਦੀ ਰਾਜਨੀਤੀ ਨਹੀਂ ਕਰਨੀ, ਸੂਬਿਆਂ ਦੇ ਅਧਿਕਾਰਾਂ ਦੀ ਰਾਜਨੀਤੀ ਨਹੀਂ ਕਰਨੀ, ਫਿਰ ਤੁਸੀਂ ਕਹਿ ਕੇ ਬੱਸਾਂ 'ਚ ਮੁਫਤ ਸਫ਼ਰ ਦੇ ਦਾਂਗੇ, ਪੜ੍ਹਾਈ ਮੁਫਤ ਦੇ ਦਾਂਗੇ, ਪੈਨਸ਼ਨ ਵਧਾ ਦਾਂਗੇ, ਤਨਖਾਹਾਂ ਵਧਾ ਦਾਂਗੇ, ਇੰਨੀਆਂ ਨੌਕਰੀਆਂ ਦੇ ਦਾਂਗੇ, ਇੰਨੇ ਲੋਕਾਂ ਨੂੰ ਰੁਜ਼ਗਾਰ ਦੇ ਦਾਂਗੇ, ਇਹਦੇ ਨਾਲ ਸੂਬੇ ਨੇ ਵਿਕਾਸ ਨਹੀਂ ਕਰਨਾ। ਇਹ ਤੁਸੀਂ ਕਿੱਥੋਂ ਦੇ ਦੋਗੇ? ਪੈਸਾ ਤਾਂ ਤੁਹਾਡੇ ਕੋਲ ਆ ਨਹੀਂ ਰਿਹਾ। 3 ਲੱਖ ਕਰੋੜ ਐਤਕੀ ਆ ਸਾਲ ਜਿਹੜਾ ਫਾਈਨੈਂਸ਼ੀਅਲ ਈਅਰ ਖਤਮ ਹੋਊਗਾ, ਉਦੋਂ ਤੱਕ 3 ਲੱਖ ਕਰੋੜ ਕਰਜ਼ਾ ਹੋ ਜਾਣਾ ਇਹਨਾਂ ਤੇ, ਕਿਉਂਕਿ ਜਿਹੜਾ ਹੁਣ ਪੋਸਟਾਂ ਭਰ ਰਹੇ ਨੇ, ਜਿਹੜਾ ਮੁਲਾਜ਼ਮਾਂ ਨੂੰ ਫਟਾਫਟ ਦਈ ਜਾ ਰਹੇ ਨੇ, ਸਾਰੇ ਮੁਲਕ 'ਚੋਂ ਜ਼ਿਆਦਾ ਤਨਖਾਹ ਮੁਲਾਜ਼ਮਾਂ ਦੀ, ਮੁਲਾਜ਼ਮਾਂ ਤੇ ਪੈਨਸ਼ਨਰਾਂ ਕੋਲ ਹੀ ਜਾ ਰਿਹਾ ਅੱਧੇ ਤੋਂ ਵੱਧ ਪੈਸਾ ਤਾਂ ਜਿਹੜਾ ਹੈਗਾ ਆਪਣਾ ਜਿਹੜਾ ਰੈਵਨਿਊ ਦਾ। ਅਤੇ ਟੈਕਸ ਦੇ ਵਿੱਚੋਂ ਜੇ ਮੈਂ ਦੇਖਾਂ, ਟੈਕਸ ਦਾ ਤਾਂ 80% ਜਾ ਰਿਹਾ, 80% ਇਕੱਲੇ ਮੁਲਾਜ਼ਮਾਂ ਨੂੰ ਜਾ ਰਿਹਾ। ਸੋ ਇਸ ਕਰਕੇ ਇਹ ਸਾਨੂੰ ਪੈਨਸ਼ਨਾਂ ਦੇ ਮੁਲਾਜ਼ਮਾਂ ਨੂੰ, ਸਾਨੂੰ ਇਹ ਜਿਹੜਾ ਸਵਾਲ ਹੈ ਤੁਹਾਡਾ ਵੈਲਿਡ ਹੈ, ਜਾਇਜ਼ ਸਵਾਲ ਹੈ, ਪਰ ਅਜੇ ਸਾਹਮਣੇ ਮੈਨੂੰ ਤਾਂ ਉਹੀ ਲੱਗਦਾ ਹੈ, ਹਉ ਭਾਲ ਬਕੂਨੀ ਹੋਈ ਅੰਧੇਰੇ ਰਾਹ ਨਾ ਕੋਈ। ਮੈਨੂੰ ਅਜੇ ਰਾਹ ਦਿਖਦਾ ਨਹੀਂ ਹੈ, ਚਾਨਣ ਦੀ ਰੇਸ਼ਮ ਕੋਈ ਦਿਸ ਨਹੀਂ ਰਹੀ। ਅਤੇ ਮੈਨੂੰ ਯਾਦ ਆਉਂਦਾ ਸੰਤ ਰਾਮ ਉਦਾਸੀ ਦਾ ਵੀ ਕਦੇ ਫੇਰ ਉੱਠਣਗੇ ਲੋਕ, ਅਜੇ ਉੱਠ ਨਹੀਂ ਰਹੇ, ਉਹਨਾਂ ਨੂੰ ਵੀ ਮਗਦਾ ਰਹੀ ਵੇ ਸੂਰਜਾ ਤੂੰ ਕਮੀਆਂ ਦੇ ਵੇਲੇ, ਮਗਦਾ ਰਹੀ ਵੇ ਸੂਰਜਾ ਤੂੰ ਕਮੀਆਂ ਦੇ ਵੇਲੇ। ਜੇ ਸੂਰਜ ਮਗਾਉਣਾ ਕਮੀਆਂ ਦੇ ਵੇਲੇ ਤਾਂ ਫਿਰ ਏਕਤਾ ਕਰਨਾ ਪਊ, ਕੇਂਦਰ ਨਾਲ ਇਸ ਗੱਲ ਦੇ ਉੱਤੇ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਪਊ ਵੀ ਬਿਲਕੁਲ ਤੁਹਾਨੂੰ ਅਧਿਕਾਰ ਨਹੀਂ ਹੈ, ਅਤੇ ਰਾਜੇ ਸੀ ਮੁਕੱਦਮ ਕੁੱਤੇ ਕਹਿਣਾ ਪਊਗਾ। ਫਿਰ ਕਹਿਣਾ ਪਊਗਾ ਅੰਧੀ ਰਈਅਤ ਗਿਆਨ ਵੀ ਹੋਣੀ ਬਣਾਤੀ ਤੁਸੀਂ, ਫਿਰ ਕਹਿਣਾ ਪਏਗਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾ ਹੀ ਪੈ ਚੜਿਆ। ਫਿਰ ਕਹਿਣਾ ਪਊਗਾ ਵੀ ਕੂੜ ਦੀ ਅਮਾਵਸ ਹੈ। ਜੇ ਨਹੀਂ ਕਹਾਂਗੇ
फिर ठीक है, फिर ਅਸੀਂ ਚੱਲੀ ਜਾਊ। ਫਿਰ ਤਾਂ ਅੰਧਾ ਆਗੂ ਕਹਿੰਦੇ ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣ, ਅੰਧਾ ਆਗੂ ਸਾਡੇ ਅੱਗੇ ਲੱਗਿਆ ਹੋਇਆ ਹੈ, ਉਹਨੂੰ ਆਪ ਨੂੰ ਨਹੀਂ ਦਿਖਦਾ, ਉਹਨੇ ਤੁਹਾਨੂੰ ਕੀ ਰਸਤਾ ਦੱਸਣਾ ਹੈ। ਤੇ ਪੰਜਾਬੀ 'ਚ ਇੱਕ ਅਖਾਣ ਹੈ ਵੀ ਅੰਨੀ ਨੂੰ ਬੋੜਾ ਘੜੀਸਦਾ, ਉਹਨੂੰ ਦਿਖਦਾ ਨਹੀਂ, ਉਹਨੂੰ ਸੁਣਦਾ ਨਹੀਂ। ਤੇ ਉਹ ਹਾਲ ਸਾਡਾ ਹੋਇਆ ਹੈ ਕਿ ਸਾਡੇ ਸੂਬੇ ਦੇ ਵਿੱਚ ਤਾਂ, ਕਿਉਂਕਿ ਸਾਡਾ ਸੂਬਾ ਖੜਗ ਪੁਜਾ ਦੇਸ਼ ਦੀ, ਸਾਡੇ ਸੂਬੇ ਨੇ ਇਤਿਹਾਸਕ ਤੌਰ ਤੇ ਬਹੁਤ ਮੱਦਾਂ ਮਾਰੀਆਂ ਨੇ। ਅੱਜ ਸਾਡੇ ਸੂਬੇ ਦੇ ਵਿੱਚ ਜਿਹੜੇ ਆਗੂ ਨੇ, ਕਹਿੰਦੇ ਕਿਸਾਨੀ ਅੰਦੋਲਨ ਦੀ ਤੁਸੀਂ ਗੱਲ ਕਰਦੇ ਹੋ, ਸ਼ਾਹ ਮੁਹੰਮਦ ਆ ਜੇ ਸਰਕਾਰ ਹੋਵੇ ਤਾਂ ਮੁੱਲ ਪਾਵੇ। ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਮੁੜ ਹਾਰੀਆਂ ਨੇ। ਸਾਡੇ ਅੱਜ ਉਹ ਸਰਕਾਰ ਕੌਣ ਹੈ? ਉਹ ਸਰਕਾਰ ਮਹਾਰਾਜਾ ਰਣਜੀਤ ਸਿੰਘ ਸੀ ਉਸ ਵਕਤ। ਅੱਜ ਉਹ ਸਰਕਾਰ ਜਿਹੜੀ ਹੈ, ਜਿਹਦੀ ਉਹ ਗੱਲ ਕਰ ਰਿਹਾ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਿਹਾ ਸੀ। ਤੇ ਅੱਜ ਉਹ ਸਰਕਾਰ ਹੈ ਜਿਹੜੀ ਸਾਡੀਆਂ ਸਿਆਸੀ ਪਾਰਟੀਆਂ ਨੇ, ਚਾਹੇ ਵਿਰੋਧੀ ਪਾਰਟੀਆਂ ਨੇ, ਉਹ ਵੀ ਸਰਕਾਰ ਹੀ ਨੇ ਸਾਡੇ ਹਿਸਾਬ ਨਾਲ। ਵਿਰੋਧੀ ਪਾਰਟੀਆਂ ਦੀ ਇੱਕ ਪਾਵਰ ਹੁੰਦੀ ਹੈ, ਉਹ ਗੱਲ ਵੱਖਰੀ ਹੈ। ਇਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਸਾਡੀ ਕੀ ਪਾਵਰ ਹੈ। ਸੋ ਵੀ ਅਸੀਂ ਤਾਂ ਵਿਰੋਧੀ ਪਾਰਟੀਆਂ ਜੀ, ਸਾਨੂੰ ਕੌਣ ਪੁੱਛਦਾ? ਪੁੱਛੇ ਕਿਵੇਂ ਨਾ, MLA ਚੁਣਿਆ ਅਗਲਾ, ਵਿਰੋਧੀ ਹੋ ਗਏ ਫਿਰ ਕੀ ਹੋ ਗਿਆ? ਸੋ ਇਸ ਕਰਕੇ ਸਾਡੇ ਜਿਹੜਾ ਆਗੂ ਹੈ ਅੱਜ, ਉਹ ਆਗੂ ਥਿੜਕ ਗਿਆ। ਉਹ ਮੁੱਦਿਆਂ ਤੋਂ ਗਾਹਾਂ ਜਾ ਕੇ ਉਹ ਪਰਿਵਾਰ, ਦਰਬਾਰ ਤੇ ਰਾਜ ਵਪਾਰ ਕਰਨ ਤੇ ਲੱਗ ਗਿਆ। ਉਹਨੂੰ ਕੋਈ ਸੰਬੰਧ ਨਹੀਂ ਵੀ ਪੰਜਾਬ ਦੇ ਨਾਲ ਧੱਕਾ ਕੀ ਹੋ ਰਿਹਾ ਹੈ। ਉਹ ਕਹਿੰਦਾ ਮੈਨੂੰ ਕੁਰਸੀ ਕਿਵੇਂ ਮਿਲਦੀ ਹੈ। ਉਹ ਸਾਰੇ ਵੇਲਣ ਇਹਦੇ ਵਾਸਤੇ ਵੇਲਦਾ, ਔਰ ਇਸ ਵੇਲਣ ਵਾਸਤੇ ਉਹ ਕਿਸੇ ਤੇ ਵੀ ਝੂਠੇ ਲਾਂਛਨ ਲਾ ਸਕਦਾ, ਕੋਈ ਵੀ ਝੂਠਾ ਪ੍ਰਚਾਰ ਕਰ ਸਕਦਾ, ਕਿਸੇ ਵੀ ਹੱਦ ਤੱਕ ਉਹ ਜਾ ਸਕਦਾ ਹੈ। ਉਹਨੂੰ ਕੋਈ ਇਤਰਾਜ਼ ਨਹੀਂ ਹੈ। ਉਹਨੇ ਕੋਈ, ਜਿਹੜੇ ਅਸੀਂ ਮਰਿਆਦਾ ਦੀ ਗੱਲ ਕਰੀਏ, ਕਾਨੂੰਨਾਂ 'ਚ ਜਿਵੇਂ ਤੋੜੀ ਹੈ, ਇਹ ਕਿਉਂ ਨਹੀਂ ਬੋਲੇ ਮਰਿਆਦਾ ਬਾਰੇ? ਕਿਉਂਕਿ ਆਪ ਹੀ ਮਰਿਆਦਾ ਰੋਜ਼ ਤੋੜਦੇ ਨੇ। ਜਿਹੜਾ ਬੰਦਾ ਰੋਜ਼ ਖੁਦ ਮਰਿਆਦਾ ਤੋੜਦਾ, ਉਹ ਦੂਜੇ ਨੂੰ ਕੀ ਮਰਿਆਦਾ ਦੱਸੇਗਾ? ਹਾਂਜੀ। ਕਿ ਇਸ ਕਰਕੇ ਇਹਨਾਂ ਦੇ ਵਿੱਚ ਹਾਲ ਬਹੁਤ ਮਾੜਾ ਹੈ। ਅਜੇ ਵੀ ਇਸ ਗੱਲ ਤੋਂ ਸਮਝ ਨਹੀਂ ਰਹੇ, ਸਮਝਦੇ ਲੋਕ ਬੇਵਕੂਫ ਨੇ, ਅਸੀਂ ਲੋਕਾਂ ਨੂੰ ਅਸੀਂ ਪਿੱਛੇ ਲਾ ਲਾਂਗੇ। ਜੋ ਬੀਜੇਪੀ ਕਿਸਾਨਾਂ ਦੇ ਖਿਲਾਫ ਭੜਕਾਉਣ ਦੀ ਗੱਲ ਕਰਦੀ ਆ, ਅੱਜ ਇਹ ਪਾਰਟੀਆਂ ਵੀ ਕਿਸਾਨਾਂ ਦੇ ਖਿਲਾਫ। ਅਮਰਿੰਦਰ ਸਿੰਘ ਨੇ ਕਹਿਤਾ ਵੀ ਜੀ ਕਿਸਾਨਾਂ ਕਰਕੇ ਸਾਡਾ ਸੂਬਾ ਜਿਹੜਾ ਉਹਦਾ ਵਿਕਾਸ ਰੁਕਿਆ ਹੋਇਆ। ਅਕਾਲੀਆਂ ਨੇ ਕਹਿਤਾ ਵੀ ਕਿਸਾਨਾਂ ਨੂੰ ਇਸ ਪਾਸੇ ਅਸੀਂ ਤਾਂ ਜੀ ਇਹ ਹੈ। ਸੋ ਵੀ ਅਸੀਂ ਤਾਂ ਕੁੱਟ ਸਕਦੇ ਹਾਂ ਜੇ ਸਾਡਾ ਉਹ ਕਰੋਗੇ, ਸਾਡਾ ਵਿਰੋਧ ਕਿਵੇਂ? ਅਸੀਂ ਤਾਂ ਕਰਾਂਗੇ, ਰੈਲੀਆਂ ਲਾ ਲਓ, ਜੋ ਜਿਹੜਾ ਲਾਉਣਾ ਇੱਕ ਕਿਸਮ ਦਾ ਚੈਲੰਜ ਹੀ ਕਰਿਆ। ਸੋ ਇਹਦੇ ਵਿੱਚੋਂ ਸਾਰੇ ਕਾਸੇ ਦੇ ਵਿੱਚੋਂ ਕੁਛ ਨਾ ਕੁਛ, ਹਾਲਾਂਕਿ ਅੰਦਰ ਸਾਰੀਆਂ ਪਾਰਟੀਆਂ ਜਿਹੜੀਆਂ ਮੇਜਰ ਤਿੰਨੇ ਪਾਰਟੀਆਂ ਨੇ, ਤਿੰਨਾਂ 'ਚ ਆਪਾਂ ਨੂੰ ਸਭ ਨੂੰ ਪਤਾ ਹੁਣ ਤਾਂ ਜੱਗ ਜ਼ਾਹਰ ਹੈ ਵੀ ਕਿਵੇਂ ਅੰਦਰ ਘੋਲ ਚੱਲ ਰਹੇ ਨੇ, ਕਿਵੇਂ ਟੁੱਟ-ਫੁੱਟ ਚੱਲ ਰਹੀ ਹੈ, ਕਿਵੇਂ ਝਗੜੇ ਚੱਲ ਰਹੇ ਨੇ। ਇਹ ਤਾਂ ਸਭ ਨੂੰ ਪਤਾ। ਇਹ ਹੁਣ ਆਪਦੇ ਆਪ ਹੀ ਲੁਕੋਈ ਜਾਣ, ਐਵੇਂ ਕਹੀ ਜਾਣ ਵੀ ਨਹੀਂ ਕੁਛ ਨਹੀਂ ਹੋ ਰਿਹਾ, ਇਹਦੇ ਨਾਲ ਨਹੀਂ ਕੁਛ ਬਣਨਾ। ਸਭ ਨੂੰ ਪਤਾ ਹੈ ਵੀ ਬੱਚੇ ਨੂੰ ਪਤਾ ਇਹ ਹੋ ਰਿਹਾ। ਸੋ ਹੌਲੀ ਹੌਲੀ ਮੈਨੂੰ ਇੱਕ ਉਮੀਦ ਹੈ ਇਹ ਜਿਹੜਾ ਕਿਸਾਨ ਅੰਦੋਲਨ ਹੈ, ਉਹਦੇ ਵਿੱਚੋਂ ਇਹ ਪਿੰਡਾਂ ਦਾ ਭਾਈਚਾਰਾ ਜਿਵੇਂ ਮੇਨਟੇਨ ਕਰਿਆ, ਹੌਲੀ ਹੌਲੀ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਟਾਈਪ ਬਣਾ ਕੇ, ਪਿੰਡਾਂ ਦੇ ਇਕੱਠ ਕਰਕੇ, ਪਿੰਡਾਂ ਦੇ ਨੁਮਾਇੰਦੇ ਬਣਾ ਕੇ ਵੀ ਆਹ ਭਾਈਚਾਰਕ ਫੈਸਲੇ ਕਰਾਏਗਾ, ਐਂ ਹੋਏਗਾ। ਉਸ ਤਰੀਕੇ ਨਾਲ ਇੱਕ ਨਵੀਂ ਲਹਿਰ, ਆਜ਼ਾਦੀ ਦੀ ਦੂਜੀ ਲਹਿਰ ਦੀ ਅੱਜ ਪੂਰੇ ਦੇਸ਼ ਨੂੰ ਲੋੜ ਹੈ, ਪਰ ਪੰਜਾਬ ਨੂੰ ਸਭ ਤੋਂ ਵੱਧ ਲੋੜ ਹੈ। ਕਿਉਂਕਿ ਪੰਜਾਬ ਦੀ ਅੱਜ ਪੱਗ ਦਾ ਸਵਾਲ ਹੈ, ਪੰਜਾਬ ਦੀ ਅੱਜ ਅਣਖ ਦਾ ਸਵਾਲ ਹੈ, ਪੰਜਾਬ ਦੀ ਅੱਜ ਇੱਜ਼ਤ ਦਾ ਸਵਾਲ ਹੈ, ਪੰਜਾਬ ਦੀ ਜਵਾਨੀ ਦਾ ਸਵਾਲ ਹੈ, ਤੇ ਪੰਜਾਬ ਦੀ ਹੋਂਦ ਦਾ ਸਵਾਲ ਹੈ। ਇਸ ਕਰਕੇ ਪੰਜਾਬੀਆਂ ਨੂੰ ਡਟ ਕੇ ਅੱਗੇ ਆਉਣਾ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਵਿਚਾਰ ਹੁਣ ਸੋਚਣਾ ਪੰਜਾਬੀਆਂ ਨੇ ਹੈ ਕਿ ਉਹਨੇ ਫੈਸਲਾ ਕੀ ਲੈਣਾ, ਖੇਤੀ ਕਾਨੂੰਨਾਂ ਨੂੰ ਲੈ ਕੇ, ਪੰਜਾਬ ਦੀ ਹੋਂਦ ਨੂੰ ਲੈ ਕੇ, ਪੰਜਾਬ ਦੀ ਅਣਖ ਨੂੰ ਲੈ ਕੇ, ਪੰਜਾਬ ਦੀ ਪੱਗ ਨੂੰ ਲੈ ਕੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।